ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ, ਧੰਨਵਾਦ। ਹਮੀਰ ਸਿੰਘ ਜੀ, ਆਮ ਆਦਮੀ ਪਾਰਟੀ ਦੀ ਜਿੰਨੀ ਵੱਡੀ ਜਿੱਤ ਹੈ, ਕਹਿੰਦੇ ਉਨੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਹਲਚਲ ਤੇਜ਼ ਹੋ ਗਈ ਆ। ਸਰਕਾਰੀ ਜਿਹੜੇ ਨੋਟ ਵੀ ਨਿਕਲਣ ਲੱਗ ਗਏ ਨੇ, ਭਾਵ ਕਿ ਪ੍ਰੈਸ ਨੋਟ ਕਹਿ ਲਓ ਜਾਂ ਫਿਰ ਸਰਕਾਰੀ ਫਰਮਾਨ ਨਿਕਲਣ ਲੱਗ ਗਏ ਨੇ ਕਿ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਹਸਪਤਾਲਾਂ 'ਚ ਜਾਂ ਹੋਰ ਥਾਵਾਂ ਦੇ ਉੱਤੇ। ਬੇਅਦਬੀ ਵਾਲੇ ਮਾਮਲੇ ਤੇ ਹੋਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ, ਉਹਨਾਂ ਦੀ ਰਿਪੋਰਟ ਮੰਗ ਲਈ ਗਈ ਹੈ। ਭਗਵੰਤ ਮਾਨ ਹੋਰਾਂ ਨੇ ਡੀਜੀਪੀ ਤੇ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ ਹੈ। ਹਾਂ ਬਿਲਕੁਲ। ਮੇਰੇ ਖਿਆਲ ਪਹਿਲੇ ਤਾਂ ਅਜੇ ਤਾਂ ਮੁੱਢਲੇ ਅਰੇਂਜਮੈਂਟਸ ਦੀ ਗੱਲ ਹੋਣੀ ਹੈ ਕਿ ਖਟਖੜ ਕਲਾ ਕਰਨਾ, ਉੱਥੇ ਅਰੇਂਜਮੈਂਟ ਕਿਵੇਂ ਕਰਨਾ ਹੈ, ਸਹੁੰ ਚੁੱਕ ਸਮਾਗਮਾਂ ਦਾ, ਕਿਉਂਕਿ ਹੁਣ ਤੋਂ ਸਰਕਾਰੀ ਕੰਮ ਸ਼ੁਰੂ ਹੋਣਾ ਨਾ ਅਸਲ ਦੇ ਵਿੱਚ। ਔਰ ਅੱਜ ਜਿਵੇਂ ਗਵਰਨਰ ਨੂੰ ਮਿਲ ਜਾਣਾ ਹੈ, ਗਵਰਨਰ ਨੂੰ ਦੇਖ ਕੇ ਆਉਣਗੇ ਕਿ ਆਹ ਸਾਡਾ ਸਹੁੰ ਚੁੱਕ ਸਮਾਗਮ ਦਾ ਜਾਂ ਬਾਕੀ ਦਾ ਹੋਇਆ, ਕਿਉਂਕਿ ਉਹਨਾਂ ਨੇ ਬਾਹਰ ਕਰਨਾ, ਰਾਜ ਭਵਨ ਤੋਂ ਵੀ ਬਾਹਰ ਕਰਨਾ, ਕਹਿੰਦੇ ਨੇ ਖਟਖੜ ਕਲਾ ਕਰਨਾ। ਤਾਂ ਹੁਣੇ ਤੋਂ ਹੀ ਕੁਝ ਅਰੇਂਜਮੈਂਟਸ ਤਾਂ ਮੇਰੇ ਖਿਆਲ ਇਸ ਲੈਵਲ ਦੇ ਹੋਣਗੇ। ਤੇ ਦੂਸਰੀ ਪਲਾਨਿੰਗ ਇਹ ਹੋਏਗੀ ਕਿ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਣਾ ਹੈ। ਸੈਸ਼ਨ ਸੱਦ ਕੇ ਐਮਐਲਏ ਨੇ ਸਹੁੰ ਚੁੱਕਣੀ ਹੈ। ਸਹੁੰ ਚੁੱਕਣ ਤੋਂ ਬਾਅਦ ਫਿਰ ਅਗਲਾ ਇਹਨਾਂ ਨੇ ਇੱਕ ਅੰਤਰਿਮ ਬਜਟ ਵੀ, ਜਿਹੜਾ ਇੱਕ ਵੋਟ ਔਨ ਅਕਾਊਂਟਸ 3 ਮਹੀਨਿਆਂ ਦਾ ਜਿਵੇਂ ਲੈਂਦੇ ਨੇ, ਸਾਡਾ ਵੋਟਾਂ ਦਾ ਸਿਸਟਮ ਕਿਉਂਕਿ ਫਰਵਰੀ ਮਾਰਚ ਹੋਣ ਕਰਕੇ ਫਿਰ ਜੂਨ 'ਚ ਹੀ ਪੂਰਾ ਬਜਟ ਆਉਂਦਾ ਪੰਜਾਬ ਦਾ। ਹਜੇ ਤੱਕ ਅਪਰੂਵਲ 31 ਮਾਰਚ ਤੱਕ ਲਈ ਹੁੰਦੀ ਹੈ, ਮਤਲਬ ਜਿਹੜੀ ਪੁਰਾਣੇ ਬਜਟ ਦੇ ਵਿੱਚ ਸਾਡੀ ਹੁੰਦੀ ਹੈ। ਇਸ ਲਈ ਕਈ ਚੀਜ਼ਾਂ ਨੇ ਹਜੇ ਜਿਹੜੀਆਂ ਮੁੱਢਲੇ ਤੌਰ ਤੇ ਹੀ ਕਰਨ ਵਾਲੀਆਂ ਨੇ। ਫਿਰ ਨਾਰਮਲੀ ਇੱਕ ਪਹਿਲੀ ਗੱਲ ਇਹੀ ਹੁੰਦੀ ਹੈ ਕਿ ਜਿਹੜਾ ਨਵਾਂ ਚੀਫ ਮਿਨਿਸਟਰ ਹੈ ਉਹ ਆਪਦਾ ਪ੍ਰਿੰਸੀਪਲ ਸੈਕਟਰੀ ਲਾਉਂਦਾ ਕਿਸੇ ਨੂੰ, ਜਿਹੜਾ ਮੇਨਲੀ ਨਿੱਜੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਉਹਦੇ ਨਾਲ ਉਸ ਰੂਪ ਦੇ ਵਿੱਚ ਕੰਮ ਕਰਦਾ। ਫਿਰ ਬਾਕੀ ਦੇ ਸਵਾਲ ਨੇ ਕਿ ਉਹਨਾਂ ਨੇ ਚੀਫ ਸੈਕਟਰੀ ਇਹੀ ਰੱਖਣਾ, ਨਹੀਂ ਰੱਖਣਾ, ਜਾਂ ਬਾਕੀ ਦੇ ਵੱਡੇ ਅਫਸਰਾਂ ਦੇ ਤਬਾਦਲੇ ਕੀ ਹੋਣੇ ਨੇ, ਨਹੀਂ ਹੋਣੇ। ਪਰ ਇਹ ਮੁੱਢਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਮੇਰੇ ਖਿਆਲ ਉਦੋਂ ਪਹਿਲਾਂ ਹੀ ਸਹੁੰ ਚੁੱਕ ਦੇ ਵੇਲੇ ਹੀ ਪਹਿਲੇ ਆਰਡਰਾਂ ਦੇ ਵਿੱਚ ਹੀ ਹੋ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ। ਔਰ ਇਹ ਵੀ ਹੋਊਗਾ ਕਿ ਇਨਫੋਰਮਲੀ ਵੀ ਕੁਝ ਚੀਜ਼ਾਂ ਸਮਝੀਆਂ ਜਾਣ, ਅੰਡਰਸਟੈਂਡ ਕੀਤੀਆਂ ਜਾਣ। ਇੱਕੋ ਦਮ ਐ ਤਾਂ ਨਹੀਂ ਹੁੰਦਾ ਕਿ ਸਾਰੀਆਂ ਰਿਪੋਰਟਾਂ ਫਟਾਫਟ, ਪਰ ਜਦੋਂ ਵੀ ਸਰਕਾਰ ਬਦਲਦੀ ਹੈ ਤਾਂ ਨਾਰਮਲੀ ਅਫਸਰ ਇਹ ਕਰਦੇ ਨੇ ਕਿ ਉਹ ਚੀਜ਼ਾਂ ਨਾਲ ਲੈਸ ਕਰਕੇ ਰੱਖੋ। ਖਾਸ ਤੌਰ ਤੇ ਜਿਵੇਂ ਆਮ ਆਦਮੀ ਪਾਰਟੀ ਨੇ ਸਿੱਖਿਆ, ਸਿਹਤ ਤੇ ਇਹਨਾਂ ਤੇ ਥੋੜਾ ਜਿਹਾ ਫੋਕਸ ਕੀਤਾ ਵੀ ਦਿੱਲੀ ਦੇ ਮੁਤਾਬਕ ਅਸੀਂ ਐ ਕਰਾਂਗੇ, ਤਾਂ ਉਹ ਡਿਪਾਰਟਮੈਂਟ ਥੋੜਾ ਜ਼ਿਆਦਾ ਹੁੰਦਾ ਵੀ ਆਪਾਂ ਵੀ ਲੈ ਕੇ ਆਪਾਂ ਆਪਣਾ ਤਿਆਰ ਰੱਖੀਏ, ਜੋ ਵੀ ਜਦੋਂ ਕੋਈ ਪੁੱਛੇਗਾ ਤਾਂ ਸਾਡੇ ਕੋਲ ਇੱਕ ਹੋਏਗਾ ਡਾਕੂਮੈਂਟ। ਅਜੇ ਤਾਂ ਮਿਨਿਸਟਰੀ ਬਣਨੀ ਹੈ, ਪੋਰਟਫੋਲੀਓ ਵੰਡੇ ਜਾਣੇ ਨੇ, ਫਿਰ ਉਹਨਾਂ ਸੈਕਟਰੀ ਨੇ ਕਿਹਦੇ ਕੋਲ ਜਾ ਕੇ ਬਰੀਫ ਕਰਨਾ ਹੈ, ਕਿਹਨੂੰ ਕਰਨਾ ਹੈ, ਹਜੇ ਉਹ ਸਾਰੀਆਂ ਚੀਜ਼ਾਂ ਮਤਲਬ ਮੁੱਢਲੇ ਦੌਰ ਦੇ ਵਿੱਚ ਨੇ। ਤੇ ਕਿਹੜੇ 17 ਮੰਤਰੀ ਬਣਨਗੇ, ਅਜੇ ਤਾਂ ਮੰਤਰੀਆਂ ਦੀ ਵੀ ਆਪਸੀ ਖਾਸ਼ਾਂ ਹੋਣਗੀਆਂ, ਮਿਲ ਗਿਲ ਹੋਏਗਾ, ਕੌਣ ਬਣੇਗਾ ਕੌਣ ਨਹੀਂ ਬਣੇਗਾ। ਮਤਲਬ ਅਜੇ ਕੁਝ ਦਿਨ ਕੁਝ ਸਮਾਂ ਤਾਂ ਇਹਨਾਂ ਗੱਲਾਂ ਦੇ ਵਿੱਚ ਫਿਰ ਗੁਜ਼ਰਦਾ। ਫਿਰ ਉਹ ਸਾਰੇ ਲੋਕ, ਈਵਨ ਚੀਫ ਮਿਨਿਸਟਰ ਵੀ ਤੇ ਮੰਤਰੀ ਵੀ, ਆਪੋ ਆਪਣੇ ਡਿਪਾਰਟਮੈਂਟਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਨੇ ਤੇ ਬਾਕੀ ਦੇ ਜਿਹੜੇ ਐਕਸ਼ਨ ਹੁੰਦੇ ਨੇ ਜਾਂ ਬਾਕੀ ਦੇ ਫੈਸਲੇ ਉਹ ਹੌਲੀ ਹੌਲੀ ਸ਼ੁਰੂ ਹੋਣ ਲੱਗਦੇ ਨੇ। ਫਿਰ ਉਹਨਾਂ ਤੇ ਐਕਸ਼ਨਾਂ ਤੋਂ ਬਾਅਦ ਅਮਲ ਕਿੰਨਾ ਕੁ ਹੁੰਦਾ ਹੈ ਇਹ ਉਦੋਂ ਬਾਅਦ ਦੀ ਗੱਲ ਹੈ, ਜੇ ਭਵਿੱਖ ਦੇ ਵਿੱਚ ਦੇਖਣ ਵਾਲਾ ਸਵਾਲ। ਜੀ ਜੀ ਜੀ। ਸਰਕਾਰ ਕੋਈ ਵੀ ਹੋਵੇ ਹਮੀਰ ਸਿੰਘ ਜੀ, ਇਹਦੇ ਵਿੱਚ ਡੀਜੀਪੀ ਤੇ ਮੁੱਖ ਸਕੱਤਰ ਦਾ ਅਹਿਮ ਰੋਲ ਹੁੰਦਾ। ਹੁਣ ਜਿਵੇਂ ਕਹਿੰਦੇ ਫਾਈਲਾਂ ਮੰਗਵਾ ਲਈਆਂ ਗਈਆਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਤੇ, ਉਹ ਮਾਮਲੇ ਜਿਹੜੇ ਪਿਛਲੀਆਂ ਸਰਕਾਰਾਂ ਨੂੰ ਵੀ ਲੈ ਡੁੱਬੇ, ਤੇ ਹੁਣ ਇਸ ਮਾਮਲੇ ਤੇ ਜਿਵੇਂ ਕਿਹਾ ਜਾ ਰਿਹਾ ਕਿ ਕੋਈ ਵੱਡਾ ਐਕਸ਼ਨ ਲਿਆ ਜਾਏਗਾ, ਵੱਡੇ ਮਗਰਮੱਛ ਫੜੇ ਜਾਣਗੇ। ਵਿਕਰਮ ਮਜੀਠੀਆ ਦੀ ਗੱਲ ਹੁੰਦੀ ਸੀ, ਉਹ ਤਾਂ ਹੁਣ ਅੰਦਰ ਨੇ। ਉਸ ਤੋਂ ਇਲਾਵਾ ਹੋਰ ਨਸ਼ਿਆਂ ਦਾ ਫੈਲਾਅ, ਮੈਂ ਅੱਜ ਵੀ ਅਖਬਾਰ 'ਚ ਪੜ੍ਹ ਰਿਹਾ ਸੀ ਕਿ ਇੱਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ, 22-25 ਸਾਲ ਦਾ ਸੀ ਸ਼ਾਇਦ। ਤੇ ਹੋਰ ਜੇ ਹੁਣ ਬੇਅਦਬੀ ਵਾਲੇ ਮਾਮਲਿਆਂ 'ਚ ਦੇਖੀਏ ਤਾਂ ਸੁਮੇਧ ਸੈਣੀ ਜਿਹੜੇ ਕਹਿੰਦੇ ਨੇ ਉਹ ਅਦਾਲਤ ਅੱਗੇ ਪੇਸ਼ ਨਹੀਂ ਹੋਏ, ਉਹ ਕਹਿੰਦੇ ਕਿ ਮੈਨੂੰ ਰਾਹਤ ਦਿੱਤੀ ਜਾਏ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ। ਇਹ ਸਾਰੇ ਮਾਮਲੇ ਨੇ ਜਿਹੜੇ ਸਰਕਾਰ ਲਈ ਚੁਣੌਤੀ ਹੋਣਗੇ। ਚੁਣੌਤੀਆਂ ਬਹੁਤ ਵੱਡੀਆਂ ਨੇ। ਪੰਜਾਬ ਇੱਕ ਬਹੁਤ ਇਹੋ ਜਿਹੀ ਸਟੇਟ ਹੈ, ਕੰਪਲੈਕਸ ਸਟੇਟ ਹੈ, ਨਾਰਮਲ ਸਟੇਟ ਨਹੀਂ ਹੈ ਜਿਹਦੀ ਇਕੱਲੀ ਇੰਨੀ ਹੀ ਨਹੀਂ। ਬੇਅਦਬੀ ਤਾਂ ਇੱਕ ਗੱਲ ਹੈ ਤੇ ਨਸ਼ਾ ਇੱਕ ਦੂਜੀ ਗੱਲ ਹੈ। ਪਰ ਸਵਾਲ ਇਹ ਹੈ ਕਿ ਉਹ ਸਾਰਾ ਕੁਝ ਜਾ ਕੇ ਦੱਸਣਗੇ ਕਿ ਲੀਗਲ ਸਿਚੁਏਸ਼ਨ ਆਏ ਤੇ ਬਾਕੀ ਦੀ ਪ੍ਰੈਕਟਿਸ ਆਏ ਤੇ ਇਹਦੇ ਚ ਕੀ ਕਰ ਸਕਦੇ ਨੇ। ਮਤਲਬ ਗਵਰਨਮੈਂਟ ਕਾਨੂੰਨ ਤੋਂ ਬਾਹਰ ਜਾ ਕੇ ਤਾਂ ਬਹੁਤ ਵੱਡੇ ਕੁਝ ਫੈਸਲੇ ਨਹੀਂ ਕਰ ਸਕਦੀ ਮੇਰੇ ਖਿਆਲ। ਔਰ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਹੈ ਹੁਣ ਤੱਕ, ਕੀ ਉਹਦੇ ਤੋਂ ਸੰਤੁਸ਼ਟੀ ਦੀ ਕੋਈ ਨਵੀਂ ਜਾਂਚ ਹੋ ਵੀ ਸਕਦੀ ਹੈ ਜਾਂ ਨਹੀਂ, ਜਾਂ ਹੋ ਸਕਦੀ ਹੈ ਤਾਂ ਕਿਵੇਂ ਹੋਏਗੀ। ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਨਵੋਲਵ ਹੋਣਗੀਆਂ। ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਵੱਡੇ ਮੁੱਦੇ ਨੇ, ਨਸ਼ਾ ਤੇ ਇਹ ਨਸ਼ਾ ਕੋਈ ਨਾਰਮਲ ਮੁੱਦਾ ਨਹੀਂ ਹੈ, ਕੱਲਾ ਨਾ ਇਹ ਪੁਲਿਸ ਤੱਕ ਦਾ ਮੁੱਦਾ ਹੈ। ਮਾਫੀਏ ਦਾ ਮੁੱਦਾ, ਨਸ਼ੇ ਮਾਫੀਏ ਦੇ ਕੇਵਲ ਇੱਥੋਂ ਤੱਕ ਸੀਮਿਤ ਨਹੀਂ ਹੈ, ਕਿਉਂਕਿ ਦੁਨੀਆ ਭਰ ਦਾ ਇੱਕ ਬਹੁਤ ਵੱਡਾ ਜਿਹੜਾ ਅਰਥ ਵਿਵਸਥਾ ਬਣੀ ਹੋਈ ਹੈ ਡਰੱਗ ਦੇ ਮਾਮਲੇ ਦੇ ਵਿੱਚ। ਔਰ ਸਾਡੇ ਵੀ
ਸਾਡੇ ਇਕੱਲਾ ਪੁਲਿਸ ਨੇ ਕੋਈ ਬੰਦਾ ਫੜ ਲਿਆ, ਵੱਡਾ ਜਾਂ ਛੋਟਾ ਫੜ ਲਿਆ, ਫੜੇ ਜਾਣੇ ਚਾਹੀਦੇ ਨੇ ਤਸਕਰੇ 'ਚ, ਕੋਈ ਦੋ ਰਾਮਾ ਨਹੀਂ, ਪਰ ਉਹਨੇ ਨਾਲ ਕੰਮ ਨਹੀਂ ਚੱਲਣਾ। ਔਰ ਨਸ਼ਾ ਅਵੇਲੇਬਲ ਹੈ ਸਾਰੇ ਕਿਤੇ, ਅਜੇ ਵੀ ਜਿੱਥੇ ਵੀ ਲੋਕ ਖਾਂਦੇ ਨੇ ਅਜੇ ਵੀ ਮੌਤਾਂ ਹੋ ਰਹੀਆਂ ਨੇ। ਔਰ ਜਿਹੜੇ ਨਸ਼ੇ ਤੇ ਲੱਗੇ ਬੱਚੇ ਨੇ ਉਹਨਾਂ ਦੀ ਰੀਹੈਬਿਲਿਟੇਸ਼ਨ ਦਾ ਸਵਾਲ ਹੈ, ਉਹਨਾਂ ਦੇ ਨਸ਼ੇ ਛਡਾਉਣ ਦੇ ਸਵਾਲ ਨੇ, ਔਰ ਇਸੇ ਤਰੀਕੇ ਦੇ ਨਾਲ ਇੱਕ ਮਾਹੌਲ ਕ੍ਰੀਏਟ ਕਰਨ ਦਾ ਸਵਾਲ ਹੈ ਕਿ ਉਹ ਨਸ਼ਾ ਕਰਦੇ ਕਿਉਂ ਨੇ, ਉਧਰ ਜਾਂਦੇ ਕਿਉਂ ਨੇ। ਜੇ ਬੇਰੁਜ਼ਗਾਰੀ ਉਹਦੇ 'ਚ ਜੇ ਵੱਡਾ ਫੈਕਟਰ ਹੈ ਤਾਂ ਉਹਨਾਂ ਦਾ ਰੁਜ਼ਗਾਰ ਕਿਵੇਂ ਫਿਰ ਮਤਲਬ ਰੁਜ਼ਗਾਰ ਕਿਵੇਂ ਦਿੱਤਾ ਜਾਏ। ਜੇ ਬੇਰੁਜ਼ਗਾਰੀ ਤੋਂ ਇਲਾਵਾ ਦੂਜੇ ਫੈਕਟਰ ਹੋਰ ਨੇ, ਉਹਨਾਂ ਤੱਥਾਂ ਨੂੰ ਕਿਵੇਂ ਪਾਸੇ ਕੀਤਾ ਜਾਏ। ਇੱਕ ਬੜੇ ਵੱਡੀ ਇੰਟਰ ਡਿਪਾਰਟਮੈਂਟਲ ਪਲਾਨਿੰਗ ਦੀ ਲੋੜ ਹੁੰਦੀ ਹੈ ਉਹਦੇ ਵਿੱਚ। ਮੇਰਾ ਖਿਆਲ ਹਲਕਾ ਸੁਰਲੀ ਟਾਈਪ ਕੰਮ ਕਿ ਮੈਂ ਆਹ ਕਰ ਦਾਂਗਾ, ਮੈਂ ਆਹ ਕਰ ਦਾਂਗਾ, ਇਹ ਗੈਰ ਗੰਭੀਰ ਟਾਈਪ ਦੀ ਬਿਆਨਬਾਜ਼ੀ ਸਰਕਾਰਾਂ ਕਰਦੀਆਂ ਆ ਰਹੀਆਂ ਨੇ ਜਾਂ ਪਾਰਟੀਆਂ ਹਜੇ ਤੱਕ। ਉਹਦੇ ਤੇ ਬਹੁਤ ਸੋਲਿਡ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ, ਖਾਸ ਤੌਰ ਤੇ ਲੋਕਲ ਬਾਡੀਆਂ, ਪੰਚਾਇਤਾਂ, ਐਨਜੀਓਜ਼, ਸਭ ਦੀ ਸੁਸਾਇਟੀ ਦੀ ਇਨਵੋਲਵਮੈਂਟ ਤੋਂ ਬਿਨਾਂ ਇਹ ਚੀਜ਼ਾਂ ਹੱਲ ਨਹੀਂ ਹੁੰਦੀਆਂ ਇਕੱਲੀਆਂ ਗਵਰਨਮੈਂਟਾਂ ਦੇ ਮਤਲਬ ਉਸ ਲੈਵਲ ਤੇ ਵੀ ਨਹੀਂ ਹੋਣੀਆਂ। ਔਰ ਇਹਦੇ ਤੇ ਇੰਨੀ ਲੌਂਗ ਰਨ ਪਲਾਨਿੰਗ ਬਣਾਉਣੀ ਪਏਗੀ ਤੇ ਕੁਝ ਐਕਸ਼ਨਾਂ ਦੇ ਸਵਾਲ। ਹਾਂ, ਮੇਰਾ ਖਿਆਲ ਹੈ ਇਮੀਡੀਏਟ ਤਾਂ ਉਹ ਜੇਕਰ ਕੁਝ ਗਵਰਨੈਂਸ ਲੈਵਲ ਤੇ ਠੀਕ ਕਰ ਲੈਣ ਜਿਹੜੇ ਸਵਾਲ ਹੁੰਦੇ ਨੇ ਕਿ ਜੀ ਟੀਚਰ ਜਾ ਰਹੇ ਨੇ ਸਕੂਲਾਂ ਦੇ ਵਿੱਚ, ਕਿੰਨੀ ਕੁ ਪੜ੍ਹਾਈ ਦੇ ਵਿੱਚ ਫਰਕ ਪੈ ਰਿਹਾ ਜਿਹੜੇ ਪਹਿਲਾਂ ਹੀ ਹੈਗੇ ਨੇ, ਔਰ ਕਿੰਨੇ ਕੁ ਹਸਪਤਾਲਾਂ ਦੇ ਵਿੱਚ ਦਵਾਈਆਂ ਦਾ, ਡਾਕਟਰਾਂ ਦਾ, ਬਾਕੀ ਫਰਕ ਪੈ ਰਿਹਾ ਹੈ ਕਿ ਉੱਥੇ ਲੋਕ ਜਾਂਦੇ ਨੇ, ਉਹਨਾਂ ਦੇ ਕੰਮ ਕਿੰਨੇ ਕੁ ਹੁੰਦੇ ਨੇ, ਦਫ਼ਤਰਾਂ ਦੇ ਵਿੱਚ ਲੋਕ ਜਾਣ ਲੱਗਦੇ ਨੇ ਮੰਨ ਲਓ ਆਪਦੇ ਕੰਮ ਕਰਾਉਣ ਲਈ। ਕੀ ਪਹਿਲਾਂ ਨਾਲੋਂ ਕੋਈ ਫਰਕ ਦਿਖਾਈ ਦਿੰਦਾ ਕਿ ਉਹ ਤਹਿਸੀਲ ਦਫ਼ਤਰ ਜਾਂਦੇ ਨੇ, ਐਸਡੀਐਮ ਜਾਂਦੇ ਨੇ ਜਾਂ ਡੀਸੀ ਦੇ ਜਾਂਦੇ ਨੇ ਤੇ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਤੇ ਉਹਨਾਂ ਨੂੰ ਨਿਆਂ ਜਾਂ ਜਸਟਿਸ ਮਿਲਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ। ਅਜੇ ਤਾਂ ਮੁੱਢਲੇ ਤੌਰ ਤੇ ਇਹ ਜਿਹੜੇ ਗਵਰਨੈਂਸ ਦੇ ਕੁਐਸਚਨ ਨੇ, ਇਹਨਾਂ ਤੇ ਹੀ ਕੋਈ ਮਾੜਾ ਮੋਟਾ ਫੋਕਸ ਕਰਕੇ ਚੱਲੇ ਤਾਂ ਉਦੋਂ ਬਾਅਦ ਅਗਲਾ ਸਵਾਲ ਪਤਾ ਲੱਗੂਗਾ ਫਿਰ ਕੀ ਹੈ। ਕਿਉਂਕਿ ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆ ਰਹੇ ਨੇ ਚੀਫ ਮਿਨਿਸਟਰ ਸਮੇਤ ਜਿਹੜੇ ਮਿਨਿਸਟਰ ਵੀ ਬਣਨਗੇ, ਉਹ ਲਗਭਗ ਪ੍ਰਸ਼ਾਸਨਿਕ ਤਜਰਬੇ ਦੇ ਮਾਮਲੇ ਦੇ ਵਿੱਚੋਂ ਜ਼ਿਆਦਾਤਰ ਫਰੈਸ਼ ਨੇ, ਨਵੇਂ ਨੇ ਜਿਹੜੀਆਂ ਗੁੰਝਲਾਂ। ਔਰ ਜਿਸ ਲੈਵਲ ਦੀ ਬਿਊਰੋਕ੍ਰੇਸੀ ਦੇ ਵਿੱਚ ਕਰਪਸ਼ਨ ਜਾਂ ਜਿਹੋ ਜਿਹਾ ਕੰਮ ਨਾ ਕਰਨ ਦਾ ਵੀ ਇੱਕ ਮਾਹੌਲ ਜਿਹੋ ਜਿਹਾ ਬਣਿਆ ਹੋਇਆ ਹੈ, ਜਿਸ ਲੈਵਲ ਦੀ ਗੁੱਟਬਾਜ਼ੀ ਚੱਲੀ ਬਣੀ ਹੋਈ ਹੈ, ਔਰ ਇਸੇ ਤਰ੍ਹਾਂ ਪੁਲਿਸ ਦਾ ਮਾਮਲਾ ਹੈ, ਉਹਨੂੰ ਸੁਧਾਰਨਾ ਵੀ ਇੱਕ ਬੜੀ ਵੱਡੀ ਚੁਣੌਤੀ ਹੈ। ਮਤਲਬ ਉਹਦੇ 'ਚ ਜਾਇਜ਼ ਅਫਸਰ ਜਾਇਜ਼ ਗੱਲਾਂ ਤੇ ਲੱਗਣਗੇ ਕਿ ਨਹੀਂ, ਕੀ ਇਹੋ ਜਿਹੇ ਸੈਕਟਰੀ ਉਹਨਾਂ ਨੂੰ ਮਿਲਣਗੇ ਕਿ ਡਿਪਾਰਟਮੈਂਟ ਦੇ ਸੈਕਟਰੀ ਬਦਲੋ ਪਹਿਲਾਂ ਤੇ ਫਿਰ ਅੱਗੇ ਡਿਪਟੀ ਕਮਿਸ਼ਨਰ, ਐਸਐਸਪੀ ਰੈਂਕ ਦੇ ਇਹੋ ਜਿਹੇ ਅਧਿਕਾਰੀ ਲਾਓ ਜਿਨ੍ਹਾਂ ਤੇ ਲੋਕਾਂ ਦਾ ਵੀ ਭਰੋਸਾ ਹੋਵੇ, ਜਿਹੜੇ ਕੰਮ ਕਰਨ ਤੇ ਡਿਲੀਵਰ ਕਰਨ ਉਸ ਪੱਧਰ ਦੇ ਉੱਤੇ। ਪ੍ਰਸ਼ਾਸਨਿਕ ਖੇਤਰ ਦਾ ਹੀ ਅਜੇ ਬੜਾ ਵੱਡਾ ਮਾਮਲਾ। ਬਾਕੀ ਤਾਂ ਪੰਜਾਬ ਦੇ ਹੋਰ ਬਹੁਤ ਚੁਣੌਤੀਆਂ ਖੜੀਆਂ ਹੋਈਆਂ ਨੇ। ਅਜੇ ਤਾਂ ਬੀਬੀਐਮਬੀ ਦਾ ਕੇਸ, ਇਹਦੇ ਤੇ ਮੂਵਮੈਂਟ ਉੱਠਣੀ ਹੈ ਬੜੀ ਵੱਡੀ, ਸਰਕਾਰ ਨੂੰ ਵੀ ਨਾਲ ਖੜਨਾ ਪੈਣਾ ਜੇ, ਔਰ ਇਹ ਤੇ ਟੈਸਟ ਵੀ ਹੋ ਜਾਣਾ ਸਰਕਾਰ ਦਾ ਕਿ ਉਹ ਕਿੱਧਰ ਕਿਸ ਲੈਵਲ ਤੇ ਕਿੰਨਾ ਸਟੈਂਡ ਲੈ ਸਕਦੀ ਹੈ। ਮਤਲਬ ਇਹ ਮੁੱਦੇ ਦੇ ਨਾਲ ਹੋਰ ਕਿੰਨੀਆਂ ਗੱਲਾਂ ਜੁੜਦੀਆਂ ਨੇ। ਔਰ ਇਹਦੇ ਨਾਲ ਦੀ ਨਾਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਮੋਸ਼ਨਲ ਜਾਂ ਭਾਵਨਾਤਮਕ ਦੂਜੇ ਮੁੱਦੇ ਵੀ, ਜਿਵੇਂ ਪ੍ਰੋਫੈਸਰ ਭੁੱਲਰ ਦੀ ਛੱਡਣ ਦਾ ਮਾਮਲਾ ਹੈ, ਬੰਦੀ ਸਿੰਘਾਂ ਦੇ ਛੱਡਣ ਦੇ ਮਾਮਲੇ ਨੇ, ਬਾਕੀ ਦੇ ਇਸ਼ੂ ਨੇ, ਉਹ ਵੀ ਹੁਣ ਤਾਂ ਤੁਸੀਂ ਪਾਰਟੀ ਦੇ ਤੌਰ ਤੇ ਅਲੱਗ ਕਰ ਸਕਦੇ ਸੀ ਤੇ ਹੁਣ ਤਾਂ ਸਰਕਾਰ ਦੇ ਤੌਰ ਤੇ ਫੈਸਲੇ ਲੈਣੇ ਪੈਣਗੇ ਕਿ ਸਰਕਾਰ ਕੀ ਲਿਖਦੀ ਹੈ, ਕੀ ਕਰਦੀ ਹੈ। ਖਤੋ ਖਤਾਬਤ ਦਿੱਲੀ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ 'ਚ ਵੀ ਚੱਲੂ ਇਸ ਮਾਮਲੇ 'ਚ। ਪਹਿਲਾਂ ਤਾਂ ਕਹਿੰਦੇ ਸੀ ਉੱਥੇ ਆ ਤੇ ਪੰਜਾਬ ਵਾਲੇ ਤੇ ਵੀ ਤਾਂ ਹੋਏ, ਕੀ ਭਗਵੰਤ ਮਾਨ ਕੇਜਰੀਵਾਲ ਦੀ ਗਵਰਨਮੈਂਟ ਨੂੰ ਉਵੇਂ ਲਿਖਣਗੇ ਜਿਵੇਂ ਇੱਥੇ ਟ੍ਰਾਂਸਫਰ ਕਰਨ ਦਾ ਜਾਂ ਉੱਥੇ ਨਹੀਂ ਹੈ। ਇਸ ਲਈ ਜਦੋਂ ਤੁਸੀਂ ਮਲਟੀਪਲ ਸਟੇਟਾਂ ਦੇ ਵਿੱਚ ਆਉਂਦੇ ਹੋ ਤੇ ਉਹ ਹੋਰ ਟਾਈਪ ਦੇ ਮਾਹੌਲ ਜਿਹੜੇ ਪੈਦਾ ਹੁੰਦੇ ਨੇ ਤੇ ਬਹੁਤ ਵੱਡੇ ਸਵਾਲ ਨੇ ਸਾਡੇ ਸਾਹਮਣੇ। ਕਿਸਾਨਾਂ ਦਾ ਕਰਜ਼ਾ ਹੈ, ਖੁਦਕਸ਼ੀਆਂ ਰੋਜ਼ ਅਜੇ ਵੀ ਅਖਬਾਰਾਂ 'ਚ ਹੋ ਰਹੀਆਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਕਰਜ਼ੇ ਦੇ ਕਰਕੇ। ਔਰ ਵਾਤਾਵਰਨ ਦਾ ਪਲੀਤਤਾ ਦਾ ਸਵਾਲ ਹੈ ਸਾਡਾ, ਘਰ ਘਰ ਕੈਂਸਰ ਕਾਰਾਂ ਪੀੜੀਏ ਦਾ ਜਨਮ ਲੈ ਰਿਹਾ ਹੈ, ਔਰ ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਪਾਣੀ ਮੁੱਕਣ ਜਾ ਰਿਹਾ ਪੰਜਾਬ ਦਾ। ਇਹ ਜਿਹੜੇ ਵਾਤਾਵਰਨਕ ਵੱਡੇ ਚੈਲੰਜ ਨੇ, ਜਿਹੜੀਆਂ ਵੱਡੀਆਂ ਚੁਣੌਤੀਆਂ ਨੇ, ਉਹਨੂੰ ਐਡਰੈਸ ਕਿਵੇਂ ਕੀਤਾ ਜਾਏਗਾ। ਰੁਜ਼ਗਾਰ, ਘਰ ਘਰ ਰੁਜ਼ਗਾਰ ਉਹਨਾਂ ਨੇ ਕਿਹਾ ਸੀ, ਕਿਸੇ ਨੇ ਕੁਛ ਕਿਸੇ ਨੇ ਕੁਛ, ਤੇ ਰੁਜ਼ਗਾਰ ਦਾ ਪਹਿਲੂ ਤਾਂ ਬਹੁਤ ਬੜਾ ਹੈ ਹੀ ਹੈ। ਆਈਲੈਟਸ ਕਰਕੇ ਬਾਹਰ ਬੱਚੇ ਜਾ ਰਹੇ ਨੇ, ਜਿਨ੍ਹਾਂ ਨੂੰ ਬਾਹਰ ਨਹੀਂ ਮੌਕਾ ਮਿਲਦਾ ਤਾਂ ਉਹ ਇੱਥੇ ਡਰੱਗ, ਉਹਦੇ ਚੋਂ ਨਰਾਸਤਾ 'ਚ ਇੱਕ ਬੜਾ ਵੱਡਾ ਰੀਜਨ ਹੈ ਮਤਲਬ ਰੁਜ਼ਗਾਰ ਦਾ। ਯੂਥ ਨੂੰ ਜਦੋਂ ਆਪਣਾ ਭਵਿੱਖ ਨਹੀਂ ਨਜ਼ਰ ਆਉਂਦਾ ਕਿ ਉਹ ਕੀ ਕਰੇ, ਕਿਵੇਂ ਆਪਣੀ ਰੋਜੀ ਰੋਟੀ ਵੀ ਨਜ਼ਰ ਨਹੀਂ ਆਉਂਦੀ, ਤਾਂ ਉਹ ਨਿਰਾਸ਼ਤਾ ਦੇ ਪਾਸੇ ਲਗਾਤਾਰ ਜਾਂਦਾ ਹੈ। ਇਹ ਮਤਲਬ ਵੱਖ-ਵੱਖ ਟਾਈਪ ਦੇ ਕਿੰਨੇ ਮੁੱਦੇ ਨੇ। ਸਾਡੇ ਕਾਲਜਾਂ ਦੇ ਹਾਲ ਇਸ ਲੈਵਲ ਦਾ ਹੋਇਆ ਪਿਆ ਕਿ ਉੱਥੇ ਆਮ ਬੱਚੇ ਪੜ੍ਹਨ ਲਈ ਜਿਹੜੇ ਮਿਡਲ ਕਲਾਸ ਦੇ ਤਾਂ ਬਾਹਰ ਜਾ ਰਹੇ ਨੇ ਤੇ ਦੂਜੇ ਗਰੀਬ ਬੱਚੇ ਰਹਿ ਗਏ, ਉਹਨਾਂ ਕੋਲ ਦੇਣ ਲਈ ਉਹਨੀਆਂ ਫੀਸਾਂ ਨਹੀਂ ਹੈਗੀਆਂ। ਯੂਨੀਵਰਸਿਟੀਆਂ ਵਰਗੀਆਂ ਪਹਿਲਾਂ ਚਰਨਜੀਤ ਚੰਨੀ ਐਲਾਨ ਪੰਜਾਬੀ ਯੂਨੀਵਰਸਿਟੀ 'ਚ ਕਰ ਗਏ ਸੀ ਕਿ ਤੁਹਾਡਾ ਕਰਜ਼ਾ ਅਸੀਂ ਚੱਕਾਂਗੇ, ਅਸੀਂ ਇੰਨੇ ਪੈਸੇ ਵੀ ਦਿਆ ਕਰਾਂਗੇ, ਪਰ ਮੈਨੂੰ ਨਹੀਂ ਲੱਗਦਾ ਅਜੇ ਤੱਕ ਉਹ ਤੇ ਅਮਲ ਹੋਇਆ। ਮਤਲਬ ਐਲਾਨ ਕਰਨੇ ਤੇ ਅਮਲ ਹੋਣਾ,
ਇਹ ਦੋਨਾਂ ਗੱਲਾਂ ਦੇ ਵਿੱਚ ਬੜਾ ਫਰਕ ਹੁੰਦਾ ਹੈ। ਐਲਾਨ ਤਾਂ ਜੀ। ਬਹੁਤ ਹੋ ਗਏ ਸੀ, ਆ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਬਹੁਤ ਹੋ ਗਏ ਸੀ, ਪਰ ਇਸੇ ਤਰ੍ਹਾਂ ਸਰਕਾਰੀ ਭਰਤੀਆਂ ਦਾ ਸਵਾਲ ਹੈ, ਜਿੰਨੀਆਂ ਵੇਕੈਂਟ ਪੋਸਟਾਂ ਨੇ ਔਰ ਸਰਕਾਰਾਂ ਭਰਤੀ ਦੇ ਇਸ਼ਤਿਹਾਰ ਦਿੰਦੀਆਂ ਨੇ, ਆਪਣੇ ਵੱਲੋਂ ਹੀ ਕਿਸੇ ਨਾ ਕਿਸੇ ਤੋਂ ਕੋਰਟ 'ਚ ਕਰਾ ਦਿੰਦੀਆਂ ਨੇ, ਜਾਂ ਉਹਦੇ 'ਚ ਗਲਤੀਆਂ ਕਮਜ਼ੋਰੀਆਂ ਇੰਨੀਆਂ ਹੁੰਦੀਆਂ ਨੇ ਅਦਾਲਤ ਸਟੇ ਕਰ ਦਿੰਦੀ ਹੈ। ਮਤਲਬ ਸਾਲਾਂ ਦਰ ਸਾਲਾਂ ਕੋਈ ਭਰਤੀ ਨਹੀਂ ਹੋ ਰਹੀ, ਕੋਈ ਨਵੀਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਸ ਪੱਧਰ ਦੇ ਉੱਤੇ। ਇਹ ਸਾਰੇ ਸਵਾਲ ਨੇ। ਅਜੇ ਮੇਰਾ ਖਿਆਲ ਹੈ ਆਮ ਆਦਮੀ ਪਾਰਟੀ ਨੂੰ ਲੋਕ ਕੁਝ ਸਮਾਂ, ਜਿਹਨੂੰ ਹਨੀਮੂਨ ਪੀਰੀਅਡ ਕਹਿੰਦੇ ਨੇ, ਦੇਣਗੇ ਥੋੜਾ ਬਹੁਤ ਚਿਰ, ਕਿਉਂਕਿ ਅਜੇ ਸਿੱਖਣਾ ਵੀ ਹੈ, ਅਜੇ ਕਰਨਾ ਵੀ ਹੈ, ਤੇ ਉਦੋਂ ਬਾਅਦ ਨੀਅਤ ਦੇ ਵਿੱਚ ਹਾਲੇ ਪਹਿਲੇ ਹੀ ਦਿਨ ਹੀ ਸ਼ਾਇਦ ਓਡੀ ਆਲੋਚਨਾ ਦੇ ਵਿੱਚ ਲੋਕ ਨਹੀਂ ਪੈਂਦੇ, ਪਰ ਉਸ ਟਾਈਮ ਦੇ ਵਿੱਚ ਉਹ ਧਰਾਤਲ ਕਿਵੇਂ ਬਣਾਉਂਦੇ ਨੇ, ਉਹ ਜ਼ਮੀਨ ਕਿਵੇਂ ਬਣਾਉਂਦੇ ਨੇ, ਉਹ ਆਪਣਾ ਪ੍ਰਭਾਵ, ਬਿਊਰੋਕ੍ਰੇਸੀ ਤੇ ਪਕੜ, ਪੋਲੀਟੀਕਲ ਕਮਿਟਮੈਂਟ ਤੇ ਜਿਹੜਾ ਇੱਕ ਡਾਇਰੈਕਸ਼ਨ ਹੈ ਕਿੱਧਰ ਨੂੰ ਲੈ ਕੇ ਜਾਣਾ ਸਟੇਟ ਨੂੰ, ਇਹ ਜਿੰਨਾ ਚਿਰ ਲੋਕਾਂ ਦੇ ਵਿੱਚ ਇੱਕ ਕਲੀਅਰ ਕੱਟ ਮੈਸੇਜ ਨਹੀਂ ਜਾਂਦਾ, ਉਹਨਾਂ ਚਿਰ ਵੱਡੀਆਂ ਤਬਦੀਲੀਆਂ ਹੋਣੀਆਂ ਨਹੀਂ। ਦੇਖੋ, ਬਹੁਤ ਵੱਡੀਆਂ ਤਬਦੀਲੀਆਂ ਦੀ ਤਾਂ ਗੁੰਜਾਇਸ਼ ਰੱਖਣੀ ਵੀ ਮੇਰਾ ਖਿਆਲ ਹੈ ਨਾ ਸਮਝੀ ਵਾਲੀ ਗੱਲ ਹੋਏ, ਕਿਉਂਕਿ ਜਿਹੜਾ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਸਾਡੇ ਚੱਲ ਰਿਹਾ ਹੈ, ਉਹ ਮਾਡਲ ਬਲਡੋਜ਼ ਕਰ ਰਿਹਾ ਸਰਕਾਰਾਂ ਨੂੰ ਕਿ ਤੁਸੀਂ ਇਸ ਪਾਸੇ ਵੱਲ ਚੱਲਣਾ, ਉਹਦੇ ਨਾਲ ਟੱਕਰ ਲੈਣਾ ਜਾਂ ਉਸ ਨੂੰ ਜਾਣ ਜੋਗੀਆਂ ਪਾਰਟੀਆਂ ਅਜੇ ਸਾਡੇ ਕੋਲ ਨਹੀਂ ਹੈ, ਤੇ ਨਾ ਹੀ ਲੋਕਾਂ ਦੇ ਮਾਈਂਡ ਸੈਟ ਉਹ ਜਿਹਾ ਬਣਾ ਕੇ ਮੋਬਿਲਾਈਜੇਸ਼ਨ ਉਸ ਪੱਧਰ ਦੀ ਹੈ ਸਾਡੇ ਕੋਲ। ਪਰ ਹਾਂ, ਇੰਨਾ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ, ਜੇ ਲੋਕਾਂ ਨੇ ਵੋਟ ਦਿੱਤੀ ਹੈ, ਟ੍ਰੈਡੀਸ਼ਨਲ ਉਹਨਾਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਰਿਜੈਕਟ ਕੀਤਾ, ਕਿਉਂਕਿ ਉਹਨਾਂ ਤੋਂ ਬੜੀ ਦੇਰ ਦੇ ਉਹ ਤੰਗ ਸੀ। 2014 ਤੋਂ ਵੀ ਤੰਗ ਸੀ, ਨਵੀਂ ਤਲਾਸ਼ ਸੀ, ਫਿਰ 17 ਚ ਅਮਰਿੰਦਰ ਸਿੰਘ ਆ ਗਿਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਉਹਦੇ ਤੇ ਦਾ ਲਾਤਾ, ਤੇ ਹੁਣ ਵੀ ਵੋਟ ਮੈਨੂੰ ਲੱਗਦਾ ਕਿ ਹਰਾਉਣ ਲਈ ਜ਼ਿਆਦਾ ਪਈ ਹੈ ਇਹ ਵੋਟ, ਕਿਸੇ ਇੱਕ ਨੂੰ ਜਿਤਾਉਣ ਦੀ। ਔਰ ਇਸੇ ਕਰਕੇ ਵੱਡੇ ਵੱਡੇ ਧੁਰੰਤਰ ਹਾਰੇ ਨੇ, ਇਸੇ ਕਰਕੇ ਵੱਡੇ ਵੱਡੇ ਧੁਰੰਤਰਾਂ ਤੋਂ ਮਤਲਬ ਜਿਨ੍ਹਾਂ ਨੂੰ ਇਹ ਸੀ ਕਿ ਸਾਨੂੰ ਵਿਉਂਤਬੰਦੀ ਆਉਂਦੀ ਹੈ, ਅਸੀਂ ਮੈਨੇਜਮੈਂਟ ਹੈ, ਸਾਡੇ ਕੋਲ ਇਲੈਕਸ਼ਨ ਮਸ਼ੀਨਰੀ ਹੈ, ਸਾਡੇ ਕੋਲ ਬਾਕੀ ਦੇ ਕੋਈ ਡੇਰ ਹੈ, ਮੇਰੇ ਕੋਲ ਕਿਸੇ ਕੋਲ ਕੁਝ ਹੈ, ਕਿਸੇ ਕੋਲ ਕੁਝ ਹੈ, ਉਹ ਸਾਰੀਆਂ ਗੱਲਾਂ ਲੋਕਾਂ ਨੇ ਸਾਈਡਲਾਈਨ ਕਰਤੀਆਂ ਨੇ। ਉਹ ਸਾਈਡਲਾਈਨ ਇਸੇ ਕਰਕੇ ਕੀਤੀਆਂ ਨੇ ਕਿ ਤੁਸੀਂ ਦੇਖੋ ਕਿ ਲੋਕਾਂ ਦੀ ਜਿਹੜੀਆਂ ਸਥਾਪਿਤ ਪੋਲੀਟੀਕਲ ਇੱਕ ਧਿਰਾਂ ਨੇ, ਉਹ ਅਕਾਲੀ ਦਲ ਹੋਵੇ, ਉਹ ਕਾਂਗਰਸ ਹੋਵੇ, ਉਹ ਬੀਜੇਪੀ ਹੋਵੇ ਜਾਂ ਬੀਜੇਪੀ ਦਾ ਅਲਾਇੰਸ ਹੋਵੇ, ਸਾਰਿਆਂ ਤੋਂ ਲੋਕਾਂ 'ਚ ਨਾਰਾਜ਼ਗੀ ਹੈ, ਮਤਲਬ ਇੱਕੋ ਉਸ ਪੱਧਰ ਦੇ ਉੱਤੇ। ਇਸੇ ਕਰਕੇ ਇੱਕ ਨਵਾਂ ਉਹਨਾਂ ਨੂੰ ਲੱਗੀ ਹੈ ਕਿ ਆਪਸ਼ਨ, ਇਸੇ ਲਈ ਇਹਦੇ ਤੋਂ ਉਮੀਦਾਂ ਵੀ ਵੱਧ ਹੋ ਜਾਂਦੀਆਂ ਨੇ। ਜਦੋਂ ਇੱਕ ਲੈਵਲ ਦੇ ਤੁਸੀਂ ਕਹਿ ਰਹੇ ਹੋ ਕਿ ਐਡੀ ਵੱਡੀ ਪੱਧਰ ਤੇ ਜਿੱਤ ਹੋਈ ਹੈ, ਤਾਂ ਜਿੱਡੀ ਵੱਡੀ ਉਮੀਦ ਹੈ, ਜੇ ਓਡੀ ਵੱਡੀ ਕਾਰਗੁਜ਼ਾਰੀ ਨਾ ਹੋਵੇ ਤਾਂ ਨਿਰਾਸ਼ਤਾ ਵੀ ਜਲਦੀ ਆਉਂਦੀ ਦੂਜੇ ਦੇ ਮੁਕਾਬਲੇ, ਜਿੰਨੀ ਜਿੰਨੀ ਉਮੀਦ ਵੱਧ ਜਾਂਦੀ ਹੈ ਉਹ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਜੀ ਮੈਂ ਸਵਾਲ ਕਰਨਾ ਸੀ ਕਿ ਜਦੋਂ ਇਸੇ ਕਰਕੇ ਇਹ ਜਿਹੜਾ ਇੱਕ ਸਵਾਲ ਹੈ ਕਿ ਉਮੀਦ ਦੀ ਤਰਤੀਬ ਕੀ ਹੋਏਗੀ। ਹੁਣ ਕੋਈ ਮੈਨੀਫੈਸਟੋ ਤਾਂ ਜਾਰੀ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਇਸ ਵਾਰ, ਕੇਵਲ ਕੇਜਰੀਵਾਲ ਦੀਆਂ ਗਰੰਟੀਆਂ ਦੇ ਰੂਪ ਦੇ ਵਿੱਚ ਉਹ 6-7 ਗਰੰਟੀਆਂ ਨੇ। ਉਹ ਵੀ ਚੁਣੌਤੀ ਹੈ ਕਿ 3 ਲੱਖ ਕਰੋੜ ਦਾ ਕਰਜ਼ਾ ਹੈ, ਇਹ ਕਰਜ਼ੇ ਦੀ ਹਾਲਤ ਨੂੰ ਠੀਕ ਕਿਵੇਂ ਮਤਲਬ ਕਰਨਾ। ਔਰ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਤੁਹਾਡਾ ਰੁਕਿਆ ਹੋਇਆ 1000 ਕਰੋੜ ਤੋਂ ਜ਼ਿਆਦਾ, ਜਿਹਦਾ ਪੁਰਾਣਾ ਫਾਈਨਾਂਸ ਮਿਨਿਸਟਰ ਲਿਖ ਕੇ ਦੇ ਆਇਆ ਸੀ ਉੱਥੇ ਕਿ ਅਸੀਂ ਉਹ ਬਦਲ ਦਾਂਗੇ, 1% ਸੈਸ ਜਿਹੜਾ ਹਟਾ ਦਾਂਗੇ ਮਾਰਕੀਟ ਤੇ ਰੂਰਲ ਡਿਵੈਲਪਮੈਂਟ ਫੀਸ ਦਾ, ਤੇ ਉਹ ਸਾਨੂੰ ਤਾਂ ਮਿਲੇਗਾ ਕਿ ਉਹ ਹਟਾ ਦੇਣਗੇ, ਪਹਿਲਾਂ ਉਹਨੂੰ ਲੈਣਗੇ ਜਾਂ ਉਹਨੂੰ ਵੈਸੇ ਲੈਣ ਲਈ ਜਦ ਚਾਰਾਜੋਈ ਕਰਨਗੇ, ਤੇ GST ਦਾ ਜਿਹੜਾ ਪੈਸਾ ਆ ਰਿਹਾ ਕੰਪਨਸੇਸ਼ਨ ਦੇ ਤੌਰ ਤੇ ਉਹ ਵੀ ਬੰਦ ਹੋ ਜਾਣਾ ਇਸ ਸਾਲ। ਉਦੋਂ ਬਾਅਦ ਉਹ ਪੈਸੇ ਦਾ ਸੰਕਟ ਵੀ ਹੈ। ਫਿਰ 1000 ਰੁਪਇਆ ਤੁਸੀਂ ਕਿਹਾ ਹੋਇਆ ਔਰਤਾਂ ਨੂੰ ਅਸੀਂ ਦਿਆਂਗੇ, 1000 ਰੁਪਇਆ, ਉਹਦਾ ਵੀ ਕਿੰਨਾ ਪੈਸਾ ਫਰਕ ਹੋਣਾ। ਫਿਰ ਤੁਸੀਂ ਕਿਹਾ ਅਸੀਂ 300 ਯੂਨਿਟ ਬਿਜਲੀ ਦਿਆਂਗੇ ਫਰੀ, ਜਾਂ ਇੰਨੇ ਯੂਨਿਟ ਬਿਜਲੀ ਰਿਆਇਤੀ ਦਿਆਂਗੇ। ਉਹ ਜਿਹੜੇ ਖਰਚੇ ਨੇ ਸਾਰੇ ਅਰਥ ਵਿਵਸਥਾ ਦੇ ਤੌਰ ਤੇ, ਉਹ ਰੈਵਨਿਊ ਇਕੱਠਾ ਕਿਵੇਂ ਹੋਏਗਾ, ਕਿੰਨਾ ਕਰਦੇ ਨੇ ਪਹਿਲੇ ਸਾਲ ਦੇ ਵਿੱਚ, ਕੀ ਪਰਫਾਰਮੈਂਸ ਹੁੰਦੀ ਹੈ, ਇਹ ਕਾਫੀ ਵੱਡਾ ਸਵਾਲ, ਵੱਡੀ ਚੁਣੌਤੀ ਹੈ ਜਿਹੜੀ ਉਹ ਸਰਕਾਰ ਦੇ ਸਾਹਮਣੇ ਹੋਏਗੀ। ਜੀ, ਜਦੋਂ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਹੁਣ ਪਿੰਡਾਂ ਤੋਂ ਚੱਲੇਗੀ, ਮੰਤਰੀ ਵਿਧਾਇਕ ਚੰਡੀਗੜ੍ਹ ਘੱਟ ਰਹਿਣ ਤੇ ਪਿੰਡਾਂ 'ਚ ਵਧੇਰੇ ਗਿਣਤੀ ਵਿੱਚ ਰਹਿਣ, ਤਾਂ ਇਸ ਨੂੰ ਕਿੱਦਾਂ ਦੇਖਿਆ ਜਾਏ ਕਿ ਜਦੋਂ ਇਹ ਪਹਿਲਾਂ ਕਹਿੰਦੇ ਸੀ ਕਿ ਅਸੀਂ ਵਿਧਾਨ ਸਭਾ ਦੇ ਸੈਸ਼ਨ ਜਿਹੜੇ ਨੇ ਉਹ ਵੱਧ ਤੋਂ ਵੱਧ ਬੁਲਾ ਕੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਫੈਸਲਾ ਲਵਾਂਗੇ, ਕੀ ਪਿੰਡਾਂ ਦੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੇ ਰਹਿਣ ਦੇ ਨਾਲ ਵਿਕਾਸ ਹੋਰ ਰਫ਼ਤਾਰ ਫੜ ਸਕਦਾ? ਨਹੀਂ, ਸਰਕਾਰ ਪਿੰਡਾਂ 'ਚੋਂ ਚੱਲੇਗੀ ਤਾਂ ਕਿਵੇਂ ਚੱਲੇਗੀ, ਜਾਂ ਸ਼ਹਿਰਾਂ 'ਚੋਂ ਚੱਲੇਗੀ? ਸਰਕਾਰ ਤਾਂ ਚੱਲ ਸਕਦੀ ਹੈ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਜੇ ਉੱਥੇ ਅਧਿਕਾਰ ਟ੍ਰਾਂਸਫਰ ਕਰ ਦੋਗੇ, 73ਵੀਂ ਸੰਵਿਧਾਨਕ ਸੋਧ ਲਾਗੂ ਕਰ ਦੋ, 29 ਡਿਪਾਰਟਮੈਂਟ ਪੇਂਡੂ ਰਾਜ ਦੇ ਹਵਾਲੇ ਕਰ ਦੋ, ਉਹਦੇ ਕਰਮਚਾਰੀ ਹਵਾਲੇ ਕਰ ਦੋ, ਤੇ ਉਹਦਾ ਫਾਈਨਾਂਸ, ਉਹਦਾ ਬਜਟ ਹਵਾਲੇ ਕਰ ਦੋ, ਫਿਰ ਪਿੰਡਾਂ ਤੋਂ ਸਰਕਾਰ ਚੱਲੂ। ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ 18 ਡਿਪਾਰਟਮੈਂਟ 74ਵੀਂ ਸੋਧ ਮੁਤਾਬਕ ਨੇ, ਉਹ ਸ਼ਹਿਰੀ ਬਾਡੀ ਨੂੰ ਦੇ ਦੋ, ਉਹਦੇ ਹਿੱਸੇ ਦਾ ਬਜਟ ਦੇ ਦੋ,
ਉਹਦੇ ਲਈ ਕਰਮਚਾਰੀ ਦੇ ਦਿਓ, ਆਪੀ ਸਰਕਾਰ ਉੱਥੋਂ ਚੱਲੂਗੀ। ਜਿਹੜਾ ਇਹ ਪੈਟਰਨ ਹੈ ਕਿ ਐਮਐਲਏ ਮੰਤਰੀ ਪਿੰਡਾਂ 'ਚ ਰਹਿਣਗੇ, ਇਹ ਸਿਸਟਮ ਨੂੰ ਤਬਾਹ ਕਰਨ ਵਾਲਾ ਪੈਟਰਨ ਹੈ ਹੋਰ ਟਾਈਪ। ਉਹਦਾ ਕਾਰਨ ਹੈ ਐਮਐਲਏ ਕੋਈ ਐਡਮਿਨਿਸਟ੍ਰੇਟਿਵ ਹੈਡ ਨਹੀਂ ਹੁੰਦਾ, ਉਹ ਵਿਧਾਨ ਸਭਾ 'ਚ ਜਾ ਕੇ ਉਹਨੇ ਪਾਲਿਸੀ ਬਣਾਉਣੀ ਹੈ, ਪਾਲਿਸੀ ਮੇਕਿੰਗ ਕਰਨੀ ਹੈ, ਉਹਨੇ ਸਰਕਾਰ ਤੇ ਕੁੰਡਾ ਰੱਖਣਾ ਹੁੰਦਾ। ਐਮਐਲਏ ਕੀ ਕਰਦੇ ਨੇ, ਅਸੈਂਬਲੀਆਂ 'ਚ ਜਾ ਕੇ ਆਪੋ ਆਪਣੇ ਹਲਕੇ ਦੇ ਵੀ ਤੇ ਪੰਜਾਬ ਨਾਲ ਸੰਬੰਧਿਤ ਵੀ ਸਵਾਲ ਉਠਾਉਂਦੇ ਨੇ, ਸਰਕਾਰ ਨੂੰ ਜਵਾਬਦੇਹ ਬਣਾਉਂਦੇ ਨੇ। ਔਰ ਹੁਣ ਅਸੀਂ ਐਮਐਲਏ ਤੇ ਸਰਕਾਰ ਇੱਕੋ ਬਣਾਤੀ ਕਿ ਦੋਨੋਂ ਇੱਕੋ ਗੱਲ ਨੇ, ਉਹਦੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਹੈ। ਜਦੋਂ ਐਗਜ਼ੈਕਟਿਵ ਪਾਵਰ ਦੇ ਰੂਪ ਦੇ ਵਿੱਚ ਦਖਲ ਦੇਣਾ ਸ਼ੁਰੂ ਕਰਦਾ, ਤਾਂ ਜਿਹੜੇ ਬੰਦਿਆਂ ਨੇ ਐਗਜ਼ੈਕਟਿਵ ਦੇ ਰੂਪ ਦੇ ਵਿੱਚ ਕੰਮ ਕਰਨਾ ਹੁੰਦਾ, ਉਹਦੇ 'ਚ ਜਿਹੜਾ ਦਖਲ ਹੈ ਉਹਦੇ ਕੰਮ ਨੂੰ ਪ੍ਰਭਾਵਿਤ ਕਰਦਾ। ਉਹਦੇ ਕੰਮ ਨੂੰ ਪ੍ਰਭਾਵਿਤ ਕਰਦਾ ਤਾਂ ਤੁਸੀਂ ਕੀ ਕਰਦੇ ਹੋ? ਸਿਆਸਤਦਾਨ ਹਮੇਸ਼ਾ ਆਪਣੀ ਪਾਰਟੀ, ਆਪਣਾ ਬੰਦਾ ਜਿਹੜਾ ਉਹਨੇ ਜਿਹਨੂੰ ਵੋਟ ਪਾਈ ਹੈ ਉਹਦੇ ਕੰਮ ਲਈ ਜਾਊਗਾ, ਔਰ ਉਹ ਕਹੂਗਾ ਪਹਿਲ ਦੇ ਆਧਾਰ ਤੇ ਕਰ, ਤਾਂ ਇਨਸਾਫ ਦੂਜੇ ਨੂੰ ਨਹੀਂ ਮਿਲੇਗਾ ਜਿਹੜੇ ਦੂਜੇ ਲੋਕ ਨੇ। ਹੋਰ ਪ੍ਰਸ਼ਾਸਨ ਸਾਡਾ ਇਸੇ ਕਰਕੇ ਉਦਾਸੀਨ ਰੱਖਿਆ ਗਿਆ ਕਿ ਸਾਡਾ ਪ੍ਰਸ਼ਾਸਨ, ਸਾਡੇ ਮੁਲਾਜ਼ਮ, ਸਾਡੇ ਅਫਸਰ ਕਿਸੇ ਪਾਰਟੀ ਨਾਲ ਅਟੈਚ ਨਹੀਂ ਹੋਣਗੇ। ਉਹ ਇਹ ਮਤਲਬ ਪ੍ਰਸ਼ਾਸਨ ਇਹ ਲੋਕਾਂ ਦੇ ਕੰਮਾਂ ਦੇ ਲਿਹਾਜ਼ ਨਾਲ ਕੰਮ ਕਰੇਗਾ, ਮੈਰਿਟ ਤੇ, ਨਾ ਕਿ ਇੱਕ ਪਾਰਟੀ ਦੇ। ਜਿਹੜਾ ਇਹ ਹੁੰਦਾ ਕਿ ਸਰਕਾਰ ਫਲਾਣੇ, ਹਾਂ ਸਰਕਾਰ ਚੱਲੇ, ਬਿਲਕੁਲ ਵਾਜਬ ਗੱਲ ਹੈ, ਜਿਵੇਂ ਸਰਕਾਰ ਦਿੱਲੀ ਤੋਂ ਨਾ ਚੱਲੇ, ਚੰਡੀਗੜ੍ਹ ਤੋਂ ਚੱਲੇ। ਇਸ ਲਈ ਫੈਡਰਲਿਜ਼ਮ ਦਾ ਕੁਐਸਚਨ ਹੈ ਕਿ ਸੂਬੇ ਨੂੰ ਅਧਿਕਾਰ ਦਿਓ। ਇਸੇ ਤਰ੍ਹਾਂ ਜੇ ਸੂਬੇ ਤੋਂ ਸਰਕਾਰ ਨਹੀਂ ਚਲਾਉਣੀ, ਜ਼ਿਲ੍ਹਿਆਂ, ਤਹਿਸੀਲਾਂ ਤੇ ਬਾਕੀ ਤਾਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਰਾਜ, ਗ੍ਰਾਮ ਸਭਾ, ਉਹਦੇ ਹੱਥ ਮਜ਼ਬੂਤ ਕਰੋ, ਉਹਨੂੰ ਲੀਗਲ, ਉਹਨੂੰ ਕਾਨੂੰਨੀ ਤਾਕਤਾਂ ਦਿਓ ਜਿਹੜੀਆਂ ਸੰਵਿਧਾਨ ਨੇ ਦਿੱਤੀਆਂ ਹੋਈਆਂ ਨੇ, ਜਿਹੜੀਆਂ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਨੇ ਨਹੀਂ ਦਿੱਤੀਆਂ। ਫਿਰ ਇੱਕ ਬਹੁਤ ਵੱਡੀ ਗੱਲ ਹੋਊਗੀ ਇਹ ਕਿ ਹਾਂ ਇਹਨਾਂ ਨੇ ਜਿਹੜੇ ਅਧਿਕਾਰ ਵੀ ਅੱਗੇ ਟ੍ਰਾਂਸਫਰ ਕੀਤੇ ਨੇ, ਵਾਕਈ ਪਿੰਡਾਂ ਚੋਂ ਚੱਲ ਰਹੇ ਆ। ਉਹੀ ਸ਼ਹਿਰਾਂ ਨਾਲ ਹੈ। ਨਹੀਂ ਤਾਂ ਫਿਰ ਬਾਦਲ ਸਾਹਿਬ ਨੇ ਵੀ ਤਾਂ ਸੰਗਤ ਦਰਸ਼ਨ ਕੀਤੇ ਸੀ, ਰੋਜ਼ ਪਿੰਡਾਂ ਚੋਂ ਤਾਂ ਚੀਫ ਮਿਨਿਸਟਰ ਜਾ ਕੇ ਬੈਠ ਜਾਂਦਾ ਸੀ, ਸਾਰਾ ਪੈਰਾਫਰਨੇਲੀਆ ਵੀ ਉਹਦੇ ਨਾਲ ਤੁਰਿਆ ਫਿਰਦਾ ਸੀ। ਲੋਕ ਦਫ਼ਤਰ 'ਚ ਭਾਲਦੇ ਸੀ ਅਫਸਰ ਨੂੰ, ਅਫਸਰ ਸਾਹਿਬ ਜਿਹੜੇ ਬਾਦਲ ਸਾਹਿਬ ਦੀ ਉਹਦੇ 'ਚ ਬੈਠੇ ਨੇ, ਰਜਾ 'ਚ ਜਾ ਕੇ ਕਿ ਵੀ ਤੁਸੀਂ ਉੱਥੇ ਬੈਠੇ ਹੋ। ਇੱਕ ਤਾਂ ਇਹ ਹੋਣਾ ਚਾਹੀਦਾ ਕਿ ਅਫਸਰ ਦਫ਼ਤਰ 'ਚ ਮਿਲੇ, ਆਪਦਾ ਪੂਰਾ ਸਮਾਂ ਰਹੇ, ਔਰ ਲੋਕਾਂ ਦੀ ਸੁਣਵਾਈ ਲਈ ਉਹ ਪ੍ਰਪੇਅਰ ਰਹੇ ਕਿ ਉੱਥੇ ਲੋਕ ਜਾਣ ਜੇਕਰ ਕੰਮ ਲਈ ਉਹਦੇ ਦਫ਼ਤਰ ਦੇ ਵਿੱਚ, ਤਾਂ ਗੱਲ ਹੋਵੇ। ਇਸੇ ਤਰ੍ਹਾਂ ਹਰ ਬੰਦਾ ਜਿਹਦੀ ਜਿਹੜੀ ਡਿਊਟੀ ਹੈ ਉਹ ਡਿਊਟੀ ਕਰੇ। ਜੇ ਉਹ ਡਿਊਟੀ ਨਹੀਂ ਕਰਦੇ ਤਾਂ ਉੱਪਰ ਲੈਵਲ ਤੇ ਉੱਤੇ ਕਾਰਵਾਈ ਹੋਵੇ। ਇੱਕ ਪ੍ਰਸ਼ਾਸਨਿਕ ਢਾਂਚੇ ਦੀ ਦਰੁਸਤੀ ਹੈ, ਉਹਦੀ ਜਵਾਬਦੇਹੀ ਦਾ ਸਵਾਲ ਹੈ। ਉਹਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾ ਦੋਗੇ ਤਾਂ ਉੱਥੋਂ ਸਰਕਾਰ ਵਧੀਆ ਚੱਲੂਗੀ। ਜੇਕਰ ਉੱਪਰ ਹੀ ਜਵਾਬਦੇਹ ਬਣੋਗੇ, ਹਾਂ ਤੁਹਾਡੀ ਜ਼ਿੰਮੇਵਾਰੀ ਸਗੋਂ ਜਿਹੜੇ ਚੁਣੀ ਗਈ ਸਰਕਾਰ ਹੈ ਜਾਂ ਐਮਐਲਏ ਨੇ, ਤੁਸੀਂ ਮੰਥਨ ਕਰੋ, ਜ਼ਿਆਦਾ ਤੋਂ ਜ਼ਿਆਦਾ ਬੈਠੋ, ਇਹੋ ਜਿਹੀਆਂ ਪਾਲਿਸੀਆਂ ਬਣਾਓ ਜਿਹੜੀਆਂ ਪਾਲਿਸੀਆਂ ਲੋਕਾਂ ਦੇ ਹਿੱਤ ਦੇ ਵਿੱਚ ਹੋਣ ਤੇ ਅੱਗੇ ਜਾ ਕੇ ਇੰਪਲੀਮੈਂਟ ਕਰਨ ਯੋਗ ਹੋਣ। ਉਹ ਤਾਂ ਬਣੂਗੀ ਜੇਕਰ ਪਹਿਲੀ ਗੱਲ ਤਾਂ ਇਹ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਲੰਬੇ ਹੋਣਗੇ, ਜਿਹੜੇ ਕੋਈ 90 ਦਿਨ ਕਹਿੰਦਾ, ਕੋਈ 180 ਦਿਨ ਕਹਿੰਦਾ, ਕੋਈ ਜਿੰਨੇ ਦਿਨ ਕਹਿੰਦਾ। ਤੇ ਦੂਜੀ ਗੱਲ, ਉਹਦੇ 'ਚ ਵਿਧਾਇਕਾਂ ਦੇ ਹਾਜ਼ਰੀ ਵੀ ਘੱਟੋ ਘੱਟ ਤੈਅ ਕਰਨੀ ਬਣਦੀ ਹੈ ਕਿ 70-75% ਹਾਜ਼ਰੀ, ਜਿਵੇਂ ਸਕੂਲ ਦੇ ਵਿਦਿਆਰਥੀਆਂ ਦੀ ਹੁੰਦੀ ਹੈ, ਇਹਨਾਂ ਦੀ ਵੀ ਹੋਵੇ। ਉੱਥੇ ਹਾਜ਼ਰੀ ਲਾ ਕੇ ਬਾਹਰ ਆ ਜਾਓ ਤੇ ਉੱਥੇ ਜਾਓ ਹੀ ਨਾ, ਉਹਦਾ ਵੀ ਕੋਈ ਮਤਲਬ ਨਹੀਂ ਹੈ। ਔਰ ਅਗਲੀ ਗੱਲ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਕਰਨੀ ਚਾਹੀਦੀ ਹੈ, ਪਹਿਲਾਂ ਹੀ ਆਪਣੇ ਨਵੇਂ ਚੁਣੇ ਗਏ ਵਿਧਾਇਕ ਜਿਹੜੇ ਨੇ ਤੇ ਖੁਦ ਆਪ ਉਹਨਾਂ ਨੂੰ ਵੀ ਜਿਹੜੇ ਇੱਕ ਤਜਰਬੇ ਦੀ ਇੱਕ ਟ੍ਰੇਨਿੰਗ ਲੈਣੀ ਹੈ, ਲਾ ਦੀ ਟ੍ਰੇਨਿੰਗ, ਸਿਸਟਮ ਦੀ ਟ੍ਰੇਨਿੰਗ। ਇੱਥੇ ਸਾਡੇ ਕੋਲ ਹੈ ਮਹਾਤਮਾ ਗਾਂਧੀ ਇੰਸਟੀਚਿਊਟ ਤੇ, ਜਿਹਦੇ 'ਚ ਅਫਸਰ ਟ੍ਰੇਨਡ ਹੁੰਦੇ ਨੇ, ਬਾਕੀ ਟ੍ਰੇਨਡ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਜਿਵੇਂ ਲੋਕ ਸਭਾ ਦੇ ਵਿੱਚ ਰਿਟਾਇਰਡ ਕਈ ਸੈਕਟਰੀ ਵਗੈਰਾ ਹੁੰਦੇ ਨੇ, ਅਫਸਰ ਵਗੈਰਾ, ਜਾਂ ਹੋਰ ਡਿਫਰੈਂਟ ਟਾਈਪ ਦੀਆਂ ਯੂਨੀਵਰਸਿਟੀਆਂ ਜਾਂ ਆਈਆਈਟੀ ਦੇ ਵਗੈਰਾ ਦੇ ਵਿੱਚ ਵੀ ਕਈ ਐਕਸਪਰਟ ਬੰਦੇ ਆ ਵੱਖ-ਵੱਖ ਟਾਈਪ ਦੇ, ਜਿਹੜੇ ਸਦਨ ਦੇ ਵਿੱਚ ਕੀ ਹੋਣਾ ਹੈ, ਕਿਵੇਂ ਹੋਣਾ, ਤੁਹਾਡੇ ਅਧਿਕਾਰ ਕੀ ਨੇ, ਵੱਖ-ਵੱਖ ਕਾਨੂੰਨ ਕੀ ਨੇ, ਉਹਦੇ 'ਚ ਤੁਹਾਡਾ ਰੋਲ ਕੀ ਹੋ ਸਕਦਾ ਵਿਧਾਇਕ, ਵਿਧਾਨ ਪਾਲਿਕਾ ਦਾ, ਜਾਂ ਕਮੇਟੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ 'ਚ ਤੁਹਾਡੀ ਭੂਮਿਕਾ ਕੀ ਹੈ। ਇਹੋ ਜਿਹੀ ਟ੍ਰੇਨਿੰਗ ਜਿਹੜੀ ਹੈ, ਸਾਡੇ ਟ੍ਰੇਨਿੰਗ ਦਾ ਕੋਈ ਮਤਲਬ ਹੀ ਨਹੀਂ ਸਮਝਿਆ ਜਾ ਰਿਹਾ ਅਸਲ ਦੇ ਵਿੱਚ। ਸਾਰੀ ਦੁਨੀਆ ਦੇ ਵਿੱਚ ਇਹ ਟ੍ਰੇਨਿੰਗਾਂ ਹੁੰਦੀਆਂ ਨੇ, ਜਦੋਂ ਬੰਦੇ ਚੁਣੇ ਜਾਂਦੇ ਨੇ ਤੇ ਉਦੋਂ ਬਾਅਦ ਉਹਨੂੰ ਉਹਦੇ ਨਾਲ ਲੈਸ਼ ਕਰਦੇ ਨੇ ਕਿ ਤੁਸੀਂ ਜਾ ਕੇ ਆਪਦਾ ਕੰਮ ਹੁਨਰਮੰਦ ਤਰੀਕੇ ਨਾਲ ਕਰ ਸਕੋ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਵੀ ਇਸ ਪਾਸੇ ਵੀ ਮਤਲਬ ਸਭ ਤੋਂ ਪਹਿਲਾਂ ਕਦਮ ਉਠਾਏ ਜਾਣ ਦੀ ਲੋੜ ਹੈ, ਤਾਂ ਕਿ ਉਹ ਇਸ ਪੱਧਰ ਦੇ ਉੱਤੇ ਜਾ ਕੇ ਟੈਕਨੀਕਲੀ ਵੀ, ਬਿਊਰੋਕ੍ਰੇਸੀ ਤੇ ਵੀ, ਔਰ ਢਾਂਚੇ ਤੇ ਵੀ ਆਪਣਾ ਕਬਜ਼ਾ ਵੀ ਤਾਂ ਰੱਖ ਸਕਣਗੇ, ਤਾਂ ਜਾਂ ਉਹਨਾਂ ਨੂੰ ਡਰਾਈਵ ਜਾਂ ਉਹਨਾਂ ਨੂੰ ਡਾਇਰੈਕਸ਼ਨ ਗਾਈਡ ਵੀ ਤਾਂ ਕਰ ਸਕਣਗੇ ਜੇਕਰ ਆਪ ਉਸ ਪੱਧਰ ਦੇ ਉੱਤੇ ਪਤਾ ਲੱਗਦਾ ਉਹਨਾਂ ਨੂੰ ਕਿ ਹਾਂ ਅਸੀਂ ਇੰਨਾ ਕਰ ਸਕਦੇ ਹਾਂ। ਗਵਰਨੈਂਸ ਲੈਵਲ ਜਿਹੜੀ ਪਾਲਿਸੀ ਦੇ ਵੱਡੇ ਸਵਾਲ ਨੇ, ਉਹਨਾਂ ਨਾਲ ਵੀ ਉਹਨਾਂ ਨੂੰ ਦੋ ਚਾਰ ਕਰਨਾ ਚਾਹੀਦਾ ਕਿ ਭਾਈ ਸਾਹਿਬ ਗਵਰਨੈਂਸ ਕੱਲੀ ਨਹੀਂ ਹੁੰਦੀ, ਦੁਨੀਆ ਦੇ ਵਿੱਚ ਕਾਰਪੋਰੇਟ ਮਾਡਲ ਕੀ ਹੈ, ਦੁਨੀਆ 'ਚ ਕਿਹੜੇ-ਕਿਹੜੇ ਮਾਡਲ ਨੇ, ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ, ਆਪਣੀ ਸਰਕਾਰ ਕਿੱਥੇ ਤੱਕ ਜਾ ਸਕਦੀ ਹੈ।
ਆਪਣੀ ਪਾਰਟੀ ਦੀ ਕੀ ਉਹਦੇ ਬਾਰੇ ਪਾਲਿਸੀ ਹੈ ਔਰ ਕਿਸ ਲੈਵਲ ਦੀਆਂ ਗੱਲਾਂ ਅਸੀਂ ਕਹਿ ਸਕਦੇ ਹਾਂ। ਜੇ ਇਹ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਤਾਂ ਹੀ ਜਾ ਕੇ ਕੋਈ ਕੰਮ ਕਰੂਗਾ ਨਾ ਉਸ ਤਰੀਕੇ ਨਾਲ। ਬਿਲਕੁਲ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਟ੍ਰੇਡ ਕਰਨਾ। ਜੀ ਮੇਰਾ ਆਖਰੀ ਸਵਾਲ ਹੈ ਅਮੀਰ ਸਿੰਘ ਜੀ, ਇਹ 3-4 ਇਕੱਠੇ ਸਵਾਲ ਹੋਣਗੇ ਕਿ ਵਿਰੋਧੀ ਧਿਰਾਂ ਦੇ ਵਿੱਚ ਕਾਫੀ ਖਲਾਰਾ ਪਿਆ ਹੋਇਆ। ਬੀਜੇਪੀ ਵਾਲੇ ਕਹਿੰਦੇ ਕਿ ਸਾਨੂੰ ਕੈਪਟਨ ਦਾ ਸਾਥ ਮਰ ਗਿਆ, ਕੈਪਟਨ ਸਾਹਿਬ ਕਹਿੰਦੇ ਕਿ ਕਾਂਗਰਸ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਨਵਜੋਤ ਸਿੱਧੂ ਠੀਕਰਾ ਕਹਿੰਦੇ ਸਿੱਧੇ ਤੌਰ ਉੱਤੇ ਚਰਨਜੀਤ ਸਿੰਘ ਚੰਨੀ ਦੇ ਸਿਰ ਭਰਦੇ ਨੇ, ਹਾਈ ਕਮਾਂਡ ਦਾ ਤਾਂ ਸਿੱਧਾ ਹੀ ਕਹਿ ਦਿੰਦੇ ਨੇ ਕਿ ਹਾਈ ਕਮਾਂਡ ਦੀ ਜ਼ਿੰਮੇਵਾਰੀ ਆ। ਤੇ ਰਹੀ ਗੱਲ ਅਕਾਲੀ ਦਲ ਦੀ, ਜਥੇਦਾਰ ਸਾਹਿਬ ਨੇ ਕਿਹਾ ਕਿ ਸਾਰੇ ਅਕਾਲੀ ਦਲ ਇਕੱਠੇ ਹੋਣ, ਅਕਾਲ ਤਖਤ ਸਾਹਿਬ ਤੇ ਬਹਿ ਕੇ ਵਿਚਾਰ ਵਟਾਂਦਰਾ ਕਰੀਏ ਕਿ ਅਕਾਲੀ ਦਲ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਥਕ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ, ਉਹਨੂੰ ਕਿਸ ਤਰ੍ਹਾਂ ਬਚਾਉਣਾ। ਦੇਖੋ ਹਰੇਕ ਦੀ ਆਪੋ ਆਪਣਾ ਸਵਾਲ ਹੈ ਕਿ ਪਾਰਟੀਆਂ ਨੂੰ ਟੋਟਲੀ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸੀ ਇਹਨਾਂ ਨੂੰ ਇੱਕ ਮੁਸ਼ਤ ਰੱਦ ਕੀਤਾ ਪੰਜਾਬ ਦੇ ਵੋਟਾਂ, ਚਾਹੇ ਉਹ ਬੀਜੇਪੀ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਜਿਹੜਾ ਮਰਜ਼ੀ। ਹਾਲਾਂਕਿ ਕੋਈ ਬਹੁਤ ਵੱਡੇ ਏਜੰਡੇ ਤੇ ਚਰਚਾ ਨਹੀਂ ਹੋਈ ਇਹਨਾਂ ਚੋਣਾਂ ਦੇ ਵਿੱਚ, ਸਭ ਤੋਂ ਗੈਰ ਸਿਆਸੀ ਇਹ ਚੋਣ ਰਹੀ ਹੈ। ਜਿਹੜੇ ਪੰਜਾਬ ਨਾਲ ਸੰਬੰਧਿਤ ਵੱਡੇ ਮੁੱਦੇ ਸੀ ਉਹ ਗੈਰ ਹਾਜ਼ਰ ਰਹੇ ਨੇ, ਪਰ ਇਹਦੇ ਬਾਵਜੂਦ ਲੋਕਾਂ ਨੂੰ ਇਹ ਲੱਗਿਆ ਕਿ ਇਹਨਾਂ ਪਾਰਟੀਆਂ, ਇਹਨਾਂ ਆਗੂਆਂ, ਇਹਨਾਂ ਬੰਦਿਆਂ ਨੂੰ ਤਾਂ ਹਰਾਓ, ਬਾਕੀ ਬਾਅਦ ਦੇ ਵਿੱਚ ਦੇਖਾਂਗੇ ਕੀ ਕਰਨਾ। ਇੱਕ ਤਾਂ ਇਹ ਗੱਲ ਹੈ। ਹੁਣ ਇਹਨਾਂ ਨੂੰ ਆਪਣੇ ਪੈਰਾਂ ਪੀੜ੍ਹੀ ਹੇਠ ਸੋਟਾ ਫੇਰਨਾ ਪਏਗਾ ਕਿ ਇਹਨਾਂ ਨੂੰ ਹਰਾਇਆ ਕਿਉਂ, ਇਹ ਪਾਰਟੀਆਂ ਦੀ ਇਹ ਦੁਰਦਸ਼ਾ ਬਣੀ ਕਿਉਂ। ਕਿਉਂਕਿ 75 ਸਾਲਾਂ 'ਚ ਇਹਨਾਂ ਦੇ ਰੂਲ ਨੇ ਪੰਜਾਬ ਦਾ ਭੱਠਾ ਵਾਤਾਵਰਨਕ ਤੌਰ ਤੇ ਬਿਠਾਇਆ ਹੈ, ਪੰਜਾਬ ਦੇ ਬੱਚਿਆਂ, ਪੰਜਾਬ ਦਾ ਉਜਾੜਾ ਕਰਵਾਇਆ ਹੈ, ਪੰਜਾਬ ਦੇ ਰੁਜ਼ਗਾਰ ਦਾ ਸੰਕਟ ਪੈਦਾ ਕੀਤਾ ਹੈ, ਪੰਜਾਬ ਦੇ ਵਿੱਚ ਕੋਈ ਵੀ ਉਤਸ਼ਾਹਵਰਧਕ ਗੱਲ ਨਹੀਂ ਹੈ ਜਿਹਦੇ ਕਰਕੇ ਲੋਕ ਇਹਨਾਂ ਨੂੰ ਚਾਹੁਣ। ਦੂਜੀ ਗੱਲ, ਇਹਨਾਂ ਪਾਰਟੀਆਂ ਨੇ ਲੋਕਾਂ ਤੋਂ ਦੂਰ ਹੋ ਕੇ ਆਪਣੇ ਪਰਿਵਾਰ ਪਾਲੇ ਨੇ ਤੇ ਆਪਣੇ ਆਪ ਈਗੋ ਪਾਲੀ ਆ, ਆਪਣੀ ਹਉਮੈ ਪਾਲੀ ਹੈ, ਜਾਂ ਪੰਜਾਬ ਦੀ ਨੇਚਰ ਦੇ ਉਲਟ। ਜੋ ਬੀਜੇਪੀ ਪੰਜਾਬ ਦੇ ਵਿੱਚੋਂ ਇਧਰੋਂ ਉਧਰੋਂ ਲੁੱਗ ਲਾਣਾ ਇਕੱਠਾ ਕਰਕੇ ਹਿੰਦੂਤਵ ਦੀ ਪੋਲਿਟਿਕਸ ਪੰਜਾਬ 'ਚ ਰਨ ਕਰਨਾ ਚਾਹੁੰਦੀ ਹੈ, ਔਰ ਉਹਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਨਾ 14 'ਚ ਨਾ 19 'ਚ ਮੋਦੀ ਦੇ ਹਿੰਦੂਤਵ ਦੇ ਏਜੰਡੇ ਨਾਲ ਨਹੀਂ ਗਿਆ, ਹੁਣ ਦੀ ਅਸੈਂਬਲੀ ਦੇ ਵਿੱਚ ਕਿਉਂ ਜਾਏਗਾ ਤੇ ਕਿਵੇਂ ਜਾਏਗਾ। ਐਡਾ ਵੱਡਾ ਕਿਸਾਨਾਂ ਦਾ ਅੰਦੋਲਨ ਹੋ ਕੇ ਹਟਿਆ ਤੇ ਜਿਹੜੇ ਬੰਦੇ ਉਹਨੂੰ ਦਰਕਨਾਰ ਕਰਕੇ ਬੀਜੇਪੀ ਨਾਲ ਚਲੇ ਗਏ, ਚਾਹੇ ਢੀਂਡਸੇ ਸੀ ਚਾਹੇ ਅਮਰਿੰਦਰ ਸੀ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਸਾਡੇ ਨਾਲ ਵੋਟ ਵੀ ਆ ਜਾਏਗੀ, ਬਾਕੀ ਹੈ ਇਹ ਉਹਨਾਂ ਨੂੰ ਵੀ ਸਬਕ ਹੈ। ਉਹ ਅੰਦੋਲਨ ਸਾਇਲੈਂਟ ਹੋਵੇ, ਜੋ ਮਰਜ਼ੀ, ਉਹਨੇ ਲੋਕ ਇੱਕ ਜਾਗਰੂਕ ਕੀਤੇ ਨੇ। ਅਜੇ ਤੱਕ ਗਵਰਨਮੈਂਟ ਆਫ ਇੰਡੀਆ ਬੀਜੇਪੀ ਕਿਸਾਨਾਂ ਨਾਲ ਹੋਇਆ ਸਮਝੌਤਾ ਲਾਗੂ ਨਹੀਂ ਕਰ ਰਹੀ, ਨਾ ਐਮਐਸਪੀ ਤੇ ਕਮੇਟੀ ਬਣਾ ਰਹੀ ਹੈ, ਨਾ ਹੋਰ, ਤੇ ਪੰਜਾਬ ਤੋਂ ਤੁਸੀਂ ਵੋਟ ਭਾਲਦੇ ਹੋ ਫਿਰ ਵੀ, ਤੇ ਕਿਸ ਤਰੀਕੇ ਨਾਲ ਤੁਸੀਂ ਤੁਹਾਡੇ ਵੋਟ ਉਸ ਲੈਵਲ ਤੇ ਅੱਗੇ ਆ ਕੇ ਤੁਸੀਂ ਪੰਜਾਬ ਨੂੰ ਦੇ ਵਿੱਚ ਕਹਿੰਦੇ ਹੋ ਡਰੋਨ ਆ ਗਏ ਜੀ, ਫਲਾਨਾ ਆ ਗਏ ਜੀ, ਪਾਕਿਸਤਾਨ ਨਾਲ ਟਕਰਾਅ ਦੀ ਸਿਚੁਏਸ਼ਨ 'ਚ ਪਾਉਂਦੇ ਹੋ, ਜਿਹਦੇ ਤੋਂ ਪੰਜਾਬ ਪਹਿਲਾਂ ਹੀ ਡਰਦਾ ਕਿ ਸਾਡੀ ਜੰਗ ਨਹੀਂ, ਸਗੋਂ ਉਹ ਕਹਿ ਰਿਹਾ ਕਿ ਸ਼ਾਂਤੀ ਹੋਣੀ ਚਾਹੀਦੀ ਹੈ, ਬਾਰਡਰ ਖੋਲਣੇ ਚਾਹੀਦੇ ਨੇ। ਤੇ ਅਗਲੀ ਗੱਲ ਜਿਹੜੀ ਅਕਾਲੀ ਦਲ ਦੀ ਹੈ ਵੱਡੀ ਪਾਰਟੀ ਦੇ ਤੌਰ ਤੇ, ਅਕਾਲੀ ਦਲ ਨਹੀਂ ਬਚਿਆ। ਬੜਾ ਲੰਬਾ ਸਮਾਂ ਅਕਾਲੀ ਦਲ ਪੰਜਾਬ ਦੀ ਪਾਰਟੀ ਸੀ, ਬਹੁਤ ਸਟਰਗਲ ਕੀਤੀ, ਮਤਲਬ ਐਮਰਜੈਂਸੀ ਖਿਲਾਫ ਵੀ ਮੋਰਚਾ ਲਾਇਆ, ਅਨੰਦਪੁਰ ਸਾਹਿਬ ਦੇ ਮੱਤੇ ਤੇ ਵੀ ਮੋਰਚਾ ਲਾਇਆ, ਔਰ ਇਸੇ ਤਰ੍ਹਾਂ SYL ਦਾ ਸਵਾਲ ਸੀ, ਇਸੇ ਤਰ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਸੀ। ਲੋਕ ਇਹਨੂੰ ਆਪਣੀ ਪਾਰਟੀ ਸਮਝਦੇ ਸੀ, ਪਰ ਜਦੋਂ ਏਜੰਡਾ ਛੱਡ ਆਪਦਾ ਟੋਟਲ ਏਜੰਡਾ ਛੱਡ ਕੇ ਕਸ਼ਮੀਰ ਤੇ 370 ਤੋੜਤਾ ਸਟੇਟ, ਤੁਸੀਂ ਬੋਲਣ ਲਈ ਤਿਆਰ ਨਹੀਂ, ਬਲਕਿ ਸੈਂਟਰ ਨਾਲ ਖੜ ਗਏ। UAPA ਤੇ ਤੁਸੀਂ ਸੈਂਟਰ ਨਾਲ ਖੜੇ ਹੋ, ਔਰ ਕਿਸਾਨੀ ਬਿੱਲਾਂ ਤੇ ਵੀ ਬਹੁਤ ਕੋਸ਼ਿਸ਼ ਕੀਤੀ, ਉਹ ਤਾਂ ਮੂਵਮੈਂਟ ਹੀ ਐਡੀ ਵੱਡੀ ਬਣ ਗਈ, ਤੁਸੀਂ ਸੈਂਟਰ ਨਾਲ ਖੜੇ ਦਿਖਾਈ ਦਿੱਤੇ ਲੰਮਾ ਸਮਾਂ। ਔਰ ਇਸੇ ਤਰੀਕੇ ਦੇ ਨਾਲ ਤੁਸੀਂ ਬਾਕੀ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਚਾਹੇ ਉਹ ਜਿਹੜਾ ਨੈਸ਼ਨਲ ਜਿਹੜਾ ਆਬਾਦੀ ਦਾ ਕਾਨੂੰਨ ਸੀਗਾ NCR, ਉਹਦੇ 'ਚ ਤੁਸੀਂ ਉਸ ਲੈਵਲ ਤੇ ਕੀਤਾ, ਜਿਹੜਾ ਨਾਗਰਿਕ ਸੋਧ ਬਿੱਲ ਸੀ ਉਹਦੇ ਤੇ ਵੀ ਉਹਦੇ ਫੇਵਰ ਦੇ ਵਿੱਚ ਤੁਸੀਂ ਚੱਲੇ ਹੋ। ਔਰ ਜਿਹੜੀਆਂ ਵੀ ਚੀਜ਼ਾਂ ਜਿਹੜੇ ਮੁਸਲਿਮ ਘੱਟ ਗਿਣਤੀ ਦੇ ਖਿਲਾਫ ਹੋ ਰਹੀਆਂ ਨੇ ਉੱਥੇ ਤੁਸੀਂ ਬੋਲ ਨਹੀਂ ਰਹੇ। ਐਮਰਜੈਂਸੀ ਵਾਲਾ ਅਕਾਲੀ ਦਲ ਤੇ ਕੀ ਹੈ, ਅਕਾਲੀ ਦਲ ਸੇਮ ਹੈ, ਇਹ ਤੁਸੀਂ ਸਰੈਂਡਰ ਕਰ ਗਏ ਅਨਕੰਡੀਸ਼ਨਲ ਬੀਜੇਪੀ ਦੇ ਵੱਲ। ਔਰ ਦੂਜੀ ਗੱਲ ਇਹ ਕੀਤੀ ਤੁਸੀਂ ਅਕਾਲੀ ਦਲ ਦਾ ਜਿਹੜਾ ਇੱਕ ਮਿਜਾਜ ਸੀ ਅਕਾਲੀ ਦਲ ਦਾ, ਉਹ ਇਹ ਸੀ ਕਿ ਇੱਥੇ ਬੈਲੈਂਸ ਆਫ ਫੋਰਸ ਸੀ, ਤਾਕਤਾਂ ਦਾ ਸਮਤੋਲ ਸੀ। ਇੱਕ ਜ਼ਮਾਨੇ ਤੱਕ 4 ਤਾਕਤਾਂ ਨੇ ਅਕਾਲੀ ਦਲ ਦੀ ਸਿਆਸਤ ਦੇ ਆਲੇ ਦੁਆਲੇ। ਨੰਬਰ 1 ਅਕਾਲੀ ਦਲ ਦਾ ਪ੍ਰਧਾਨ ਹੋਏਗਾ, ਨੰਬਰ 2 ਜੇ ਉਹ ਅਕਾਲੀ ਦਲ ਦੇ ਵਿੱਚੋਂ ਜੋ ਸਰਕਾਰ ਬਣਦੀ ਹੈ ਤਾਂ ਚੀਫ ਮਿਨਿਸਟਰ ਹੋਏਗਾ, ਤੇ ਨੰਬਰ 3 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਪਣੀ ਅਕਾਲੀ ਦਲ ਦੇ ਪੰਥਕ ਪੋਲਿਟਿਕਸ 'ਚ ਇੱਕ ਤਾਕਤ ਹੈ, ਤੇ ਨੰਬਰ 4 ਜਥੇਦਾਰ ਅਕਾਲ ਤਖਤ ਦੀ ਆਪਣੀ ਪੰਥ ਦੇ ਵਿੱਚ ਇੱਕ ਤਾਕਤ ਹੈ। ਜੇ ਸਾਰਿਆਂ ਤੇ ਇੱਕ ਪਰਿਵਾਰ ਨੇ ਕਬਜ਼ਾ ਕਰ ਲੈਣਾ, ਅੰਦਰੂਨੀ ਜਮਹੂਰੀਅਤ ਖਤਮ ਕਰ ਦੇਣੀ ਹੈ ਟੋਟਲੀ, ਤਾਂ ਕਿਹੜੇ ਝੰਡੇ ਹੇਠ ਇਕੱਠੇ ਹੋਇਆ ਜਾਏਗਾ। ਮਤਲਬ ਕੌਣ, ਅੰਦਰੋਂ ਤੁਸੀਂ ਤਿਆਰ ਨਹੀਂ ਹੋ ਆਪਣੇ ਆਪ ਨੂੰ ਬਦਲਣ ਲਈ, ਅੰਦਰੂਨੀ ਜਮਹੂਰੀਅਤ ਤੁਸੀਂ ਤਿਆਰ ਨਹੀਂ ਹੋ। ਅਕਾਲੀ ਦਲ ਦੇ ਵਿੱਚ
ਜਿਹੜਾ ਤਵਾਜ਼ਨ ਸੀ ਜਦੋਂ 1998 ਦੀ ਆਦਮਪੁਰ ਬਾਈ ਇਲੈਕਸ਼ਨ ਮਤਲਬ ਹਾਰਿਆ ਅਕਾਲੀ ਦਲ, 1997 ਦੀ ਗਵਰਨਮੈਂਟ ਸੀ ਬਾਦਲ ਦੀ, ਤਾਂ ਜਥੇਦਾਰ ਟੌੜਾ ਨੇ ਇੱਕੋ ਹੀ ਗੱਲ ਕਹੀ ਸੀ ਕਿ ਐਵੇਂ ਕਰੋ ਕਿ ਪ੍ਰਧਾਨ ਬਦਲ ਲਓ, ਮਤਲਬ ਬਾਦਲ ਹੀ ਪ੍ਰਧਾਨ ਸੀ, ਬਾਦਲ ਹੀ ਚੀਫ ਮਿਨਿਸਟਰ ਸੀ, ਚਾਹੇ ਆਪਣੇ ਬੰਦੇ ਨੂੰ ਬਣਾ ਲੈ, ਕਿਉਂਕਿ ਕਈ ਇਹੋ ਜਿਹੇ ਮੁੱਦੇ ਆਉਂਦੇ ਨੇ ਕੰਟਰੋਵਰਸੀਅਲ ਜਿਸ ਚੀਫ ਮਿਨਿਸਟਰ ਸਟੈਂਡ ਨਹੀਂ ਲੈ ਸਕਦਾ ਬਤੌਰ ਸੰਵਿਧਾਨਕ ਜ਼ਿੰਮੇਵਾਰੀ, ਪਰ ਅਕਾਲੀ ਦਲ ਦਾ ਪ੍ਰਧਾਨ ਉੱਥੇ ਸਟੈਂਡ ਲੈ ਸਕਦਾ। ਉਹਨੂੰ ਬਗਾਵਤ ਸਮਝਿਆ ਗਿਆ, ਜਥੇਦਾਰ ਟੌੜਾ ਨੂੰ ਚੱਕ ਕੇ ਬਾਹਰ ਮਾਰਿਆ, ਹੌਲੀ ਹੌਲੀ ਕਬਜ਼ਾ ਇੰਨਾ ਜ਼ਿਆਦਾ ਕਰ ਲਿਆ ਆਪਣਾ ਸਾਰੇ ਗੱਲਾਂ ਦੇ ਉੱਤੇ, ਹੁਣ ਤਾਂ ਕੋਈ ਬੋਲਣ ਵਾਲਾ ਹੀ ਨਹੀਂ। ਹੋਰ ਕੌਣ ਹੈ ਬੋਲਣ ਵਾਲਾ? ਜਿਹੜਾ ਬੋਲਦਾ ਮਾੜਾ ਮੋਟਾ ਉਹਨੂੰ ਵੀ ਚੱਕ ਕੇ ਅੰਦਰ ਇੱਧਰ ਉੱਧਰ ਕਰ ਦਿਓ। ਉਦੋਂ ਆ ਸਾਰੇ ਬੰਦੇ ਜਿਹੜੇ ਹੁਣ ਕਹਿ ਰਹੇ ਸੀ, ਚਾਹੇ ਬ੍ਰਹਮਪੁਰਾ ਟੁੱਟ ਕੇ ਗਿਆ ਸੀ ਦੁਬਾਰਾ ਆ ਗਿਆ, ਚਾਹੇ ਢੀਂਡਸੇ ਹੋਣੀ ਟੁੱਟ ਕੇ ਗਏ ਸੀ, ਉਦੋਂ ਜਥੇਦਾਰ ਟੌੜਾ ਨੂੰ ਕੱਢਣ ਦੇ ਵਿੱਚ ਸ਼ਾਮਲ ਸੀਗੇ। ਮਤਲਬ ਬਾਦਲ ਉਸ ਦੇ ਨਾਲ ਤੁਸੀਂ ਸੱਤਾ ਨਾਲ ਜੁੜ ਗਏ ਹੋ, ਅਸੂਲ ਨਾਲ। ਜੇ ਪੰਜਾਬ ਦੀ ਖੇਤਰੀ ਪਾਰਟੀ ਰਿਵਾਈਵ ਹੋਣੀ ਹੈ ਤਾਂ ਉਹ ਪੰਜਾਬ ਦੀ ਵਿਰਾਸਤ ਚੋਂ, ਪੰਜਾਬ ਦੇ ਵਿਰਸੇ ਚੋਂ, ਪੰਜਾਬ ਦੀ ਰੂਹ ਚੋਂ ਪੈਦਾ ਹੋਣੀ ਹੈ। ਇਹ ਰੂਹ ਤੋਂ ਬਿਨਾਂ ਅਕਾਲੀ ਦਲ ਹੈ, ਪੰਜਾਬ ਦੀ ਰੂਹ ਇਹਦੇ ਚ ਦਿਖਾਈ ਨਹੀਂ ਦਿੰਦੀ ਕਿਸੇ ਵੀ ਰੂਪ ਦੇ ਵਿੱਚ। ਇਸ ਲਈ ਕੀ ਇਹ ਬੈਲੈਂਸ ਆਫ ਫੋਰਸਸ ਚ ਜਥੇਦਾਰ ਅਕਾਲ ਤਖਤ ਤੇ ਇਮਾਨਦਾਰੀ ਨਾਲ ਕਹਿ ਸਕਦੇ ਨੇ ਕਿ ਉਹ ਆਜ਼ਾਦ ਹਸਤੀ ਦੇ ਤੌਰ ਤੇ ਗੱਲ ਕਰ ਰਹੇ ਨੇ, ਤੇ ਉਹ ਜਿਹੜੇ ਸਾਰੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ। ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ, ਜਿਹੜੇ ਪ੍ਰਭਾਵ ਪਏ ਨੇ, ਉਹਨਾਂ ਦਾ ਨਤੀਜਾ ਉਹ ਇੱਕੋ ਦਿਨ ਚ ਠੀਕ ਨਹੀਂ ਹੋਣੇ। ਇਹ ਪੂਰੀ ਤਰ੍ਹਾਂ ਰਿਵਾਈਵਲ ਦਾ ਸਵਾਲ ਹੈ। ਇੱਕ ਚੀਜ਼ਾਂ ਇਹ ਕਾਂਗਰਸ ਦਾ ਸਵਾਲ ਹੈ, ਕਾਂਗਰਸ ਆਪਣੇ ਆਪ ਸੋਚੇ, ਤੁਸੀਂ ਕਹਿ ਰਹੇ ਹੋ ਕਾਂਗਰਸ ਵੀ ਬਿਲਕੁਲ, ਕਾਂਗਰਸ ਦਾ ਕੱਲਾ ਪੰਜਾਬ ਦੀ ਕਾਂਗਰਸ ਦਾ ਕੁਐਸਚਨ ਨਹੀਂ ਹੈ, ਇਹ ਨੈਸ਼ਨਲ ਲੈਵਲ ਦਾ ਕੁਐਸਚਨ ਹੈ। ਜਦੋਂ 23 ਵੱਡੇ ਲੀਡਰ ਤੁਹਾਡੇ ਜੀ ਸਾਬਕਾ ਮੁੱਖ ਮੰਤਰੀ ਨੇ, ਵਰਕਿੰਗ ਕਮੇਟੀ ਮੈਂਬਰ ਨੇ, 2.5 ਸਾਲ ਹੋ ਗਏ ਉਹਨਾਂ ਨੂੰ ਚਿੱਠੀ ਲਿਖੀ ਨੂੰ, ਬਾਰ-ਬਾਰ ਉਹ ਗੱਲ ਵੀ ਕਰਦੇ ਨੇ ਕਿ ਭਾਈ ਸਾਹਿਬ ਵਿੱਚ ਬਦਲੋ। ਬਦਲਾਅ ਕਾਹਦਾ ਹੈ? ਬਦਲਾਅ ਇਹ ਹੈ ਕਿ ਪਰਿਵਾਰਕ ਮੈਂਬਰ ਹੀ ਕਿਉਂ ਲਗਾਤਾਰ ਸਾਰਾ ਕੁਝ ਕਰਨ। ਬਦਲਾਅ ਇਹ ਹੈ ਕਿ ਚੋਣਾਂ ਹੋਣ ਹੇਠਾਂ ਤੋਂ ਉੱਪਰ ਤੱਕ। ਬਦਲਾਅ ਇਹ ਹੈ ਕਿ ਖੇਤਰੀ ਯੂਨਿਟਾਂ ਨੂੰ ਆਪਣੇ ਫੈਸਲੇ ਆਪ ਕਰਨ ਦਾ ਹੱਕ ਹੋਵੇ। ਬਦਲਾਅ ਜਿਹੜੇ ਅੰਦਰੂਨੀ ਜਮਹੂਰੀਅਤ ਦੇ ਬਦਲਾਅ ਨੇ, ਉਧਰ ਨਹੀਂ ਪਰਿਵਾਰ ਆ ਰਿਹਾ, ਪਰਿਵਾਰ ਆਪਣਾ ਕਬਜ਼ਾ ਛੱਡਣ ਲਈ ਤਿਆਰ ਨੇ। ਇਹੀ ਗੱਲ ਨਵਜੋਤ ਸਿੱਧੂ ਦੀ, ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਨਹੀਂ। ਜਦ ਤੂੰ ਪ੍ਰਧਾਨ ਹੈ, ਜ਼ਿੰਮੇਵਾਰੀ ਹੈ ਜਿੰਨਾ ਚਿਰ ਪ੍ਰਧਾਨ, ਜਾਂ ਪ੍ਰਧਾਨਗੀ ਤੋਂ ਰਿਜ਼ਾਈਨ ਕਰ ਜਾਂਦੇ ਉਸ ਸਮੇਂ ਦੇ ਵਿੱਚ। ਮਤਲਬ ਤੁਸੀਂ ਜਿਹੜੇ ਲੀਡਰ ਕਦੇ ਵੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀ ਤੋਂ ਭੱਜਦੇ ਨੇ, ਚਾਹੇ ਉਹਦੀ ਜ਼ਿੰਮੇਵਾਰੀ ਡਾਇਰੈਕਟ ਹੋਵੇ ਨਾ, ਜਿੰਨਾ ਚਿਰ ਤੁਸੀਂ ਲੀਡਰ ਹੋ, ਤੁਸੀਂ ਜ਼ਿੰਮੇਵਾਰੀ ਲੈਂਦੇ ਹੋ, ਅੰਦਰ ਆਪਦੇ ਜੋ ਮਰਜ਼ੀ ਕਰੋ ਬੈਠ ਕੇ। ਓਪਨਲੀ ਜਿਹੜਾ ਕੈਪਟਨ ਹੁੰਦਾ ਹਮੇਸ਼ਾ ਹੀ ਕਿਸੇ ਵੀ ਟੀਮ ਦਾ, ਉਹ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਤਾਂ ਇਹਦੇ ਤੋਂ ਹੀ ਗੱਲਾਂ ਇਹ ਸਾਹਮਣੇ ਆਉਂਦੀਆਂ ਨੇ ਕਿ ਤੁਸੀਂ ਲੀਡਰ ਨਹੀਂ ਹੋ ਅਸਲ ਦੇ ਵਿੱਚ, ਉਸ ਪਾਏ ਦੇ ਲੀਡਰ ਨਹੀਂ ਹੋ ਜਿੱਥੇ ਬੰਦੇ ਰੜੇ ਮੈਦਾਨ ਖੜ ਕੇ ਜ਼ਿੰਮੇਵਾਰੀ ਲੈਂਦੇ ਨੇ, ਜਿੱਥੇ ਹਾਰ ਦੀ ਜ਼ਿੰਮੇਵਾਰੀ ਆਪ ਲੈਂਦੇ ਨੇ, ਜਿੱਤ ਦਾ ਸਿਹਰਾ ਆਪਦੇ ਵਰਕਰਾਂ ਨੂੰ ਤੇ ਸੰਗਤ ਨੂੰ ਦਿੰਦੇ ਨੇ। ਉਹ ਜਿਹੜਾ ਮਾਈਂਡਸੈਟ ਵਾਲੀ ਲੀਡਰਸ਼ਿਪ ਹੈ, ਪੰਜਾਬ ਉਹਦੇ ਤੋਂ ਅਜੇ ਸੱਖਣ ਹੈ। ਔਰ ਇਸ ਮਾਮਲੇ ਦੇ ਵਿੱਚੋਂ ਇਹ ਸਾਰੀਆਂ ਪਾਰਟੀਆਂ ਦਾ ਰਿਵਾਈਵਲ ਸੌਖਾ ਨਹੀਂ ਹੈ, ਪਰ ਕਿਉਂਕਿ ਪੰਜਾਬ ਦੇ ਵਿੱਚ ਅਜੇ ਬਹੁਤ ਕੰਪਲੈਕਸ ਮੁੱਦੇ ਨੇ, ਜਿਹੜਾ ਨਵੀਂ ਸਰਕਾਰ ਵਾਸਤੇ ਵੀ ਸੌਖਾ ਨਹੀਂ ਹੈ। ਇਸ ਲਈ ਪੰਜਾਬ ਛਟਪਟਾ ਰਿਹਾ ਹੈ, ਔਰ ਉਹ ਛਟਪਟਾਹਟ ਦੇ ਵਿੱਚੋਂ ਕੋਈ ਨਵੇਂ ਮੁੱਦਾ ਆਧਾਰਿਤ ਸਿਆਸਤ ਨਿਕਲਣ ਦੇ ਚਾਂਸ ਪਹਿਲਾਂ ਨਾਲੋਂ ਜ਼ਿਆਦਾ ਹੋ ਗਏ ਨੇ। ਔਰ ਜੇ ਤਾਂ ਉਹਨਾਂ ਮੁੱਦਿਆਂ ਦੇ ਇਰਦ ਗਿਰਦ ਡਿਬੇਟ ਹੁੰਦੀ ਆ ਪੰਜਾਬ 'ਚ, ਆਪੋਜੀਸ਼ਨ ਵੀ ਕਰਦੀ ਹੈ, ਕੁਝ ਹੋਰ ਫਲੈਸਤਰਾਂ ਵੀ ਕਰਦੀਆਂ ਨੇ, ਤਾਂ ਇਹ ਨਵੀਂ ਸਰਕਾਰ ਵੀ ਉਧਰ ਸੋਚਣਾ ਸ਼ੁਰੂ ਕਰੇਗੀ। ਫਿਰ ਪੰਜਾਬ ਦਾ ਫਿਊਚਰ, ਪੰਜਾਬ ਦੇ ਭਵਿੱਖ ਲਈ ਕੋਈ ਨਵੀਂ ਰਾਜਨੀਤਿਕ ਸੇਧ ਸ਼ਾਇਦ ਹੋਰ ਨਵੀਂ ਮਿਲ ਸਕਦੀ ਹੈ। ਬਿਲਕੁਲ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਕਿਸੇ ਦੀ ਲੋੜ ਰਹੂਗੀ, ਔਰ ਅਜੇ ਵੀ ਹੈ ਉਸੇ ਪੱਧਰ ਦੇ ਉੱਤੇ, ਪਰ ਮਨਮਾਨੀ ਕਰਕੇ ਨਹੀਂ ਹੈ। ਔਰ ਉਹ ਪੰਜਾਬ ਦੇ ਏਜੰਡੇ ਨੂੰ, ਪੰਜਾਬ ਦੇ ਸਿਧਾਂਤ ਨੂੰ, ਪੰਜਾਬ ਦੀ ਰੂਹ ਨੂੰ ਪ੍ਰਣਾਈ ਹੋਵੇ ਤਾਂ ਲੋਕ ਪ੍ਰਵਾਨ ਕਰਨਗੇ। ਹੁਣ ਜੋ ਮਰਜ਼ੀ ਮੈਨੇਜਮੈਂਟ ਆ, CEO ਫਲਾਨਾ ਧਿਮਕਾ, ਉਹਦੇ ਨਾਲ ਨਹੀਂ ਪਾਰਟੀਆਂ ਚੱਲਣਗੀਆਂ। ਪਾਰਟੀਆਂ ਲੋਕਾਂ ਦੀ ਰਾਏ ਨਾਲ ਚੱਲਦੀਆਂ ਨੇ। ਫਾਰ ਦੀ ਟਾਈਮ ਵੀ ਫਾਇਦੇ ਹੋ ਜਾਂਦੇ ਨੇ, ਪਰ ਇਨ ਦੀ ਲੌਂਗ ਰਨ ਇੱਕ ਰਿਸਪੈਕਟ ਹੁੰਦੀ ਹੈ, ਇੱਕ ਪਰਸੈਪਸ਼ਨ ਹੁੰਦੀ ਹੈ ਜਿਹੜੀ ਲੋਕਾਂ ਦੀ ਲੀਡਰਾਂ ਬਾਰੇ ਤੇ ਪਾਰਟੀਆਂ ਬਾਰੇ ਬਣੀ ਹੁੰਦੀ ਹੈ। ਤੇ ਜੇ ਉਹ ਸੁਹਿਰਦਤਾ ਦੇ ਨਾਲ ਸਾਹਮਣੇ ਨਹੀਂ ਆਉਂਦੀ, ਲੋਕਾਂ ਦੇ ਵਿੱਚ ਉਹੀ ਜਿਹੀ ਨਹੀਂ ਬਣਦੀ ਕਿ ਸੁਹਿਰਦ ਨੇ ਇਸ ਕੰਮ ਲਈ, ਤਾਂ ਤਬਦੀਲੀ ਸੰਭਵ ਨਹੀਂ ਹੈ। ਮੇਰਾ ਖਿਆਲ ਰਿਵਾਈਵਲ ਵੀ ਉਸ ਰੂਪ ਦੇ ਵਿੱਚ ਸੰਭਵ ਨਹੀਂ ਹੋਣਾ।